ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਜਨਮ ਜਨਮ ਕੀ ਇਸ ਮਨ ਕਉ ਮਲ ਲਾਗੀ, ਕਾਲਾ ਹੋਆ ਸਿਆਹੋ। ਖੰਨਲੀ ਧੋਤੀ ਉਜਲੀ ਨਾ ਹੋਵਈ, ਜੇ ਸੋ ਧੋਵਣ ਪਾਹੋ। ਜਨਮ ਜਨਮ ਕੀ ਇਸ ਮਨ ਕਉ ਮਲ ਲਾਗੀ, ਕਾਲਾ ਹੋਆ ਸਿਆਹੋ। ਖੰਨਲੀ ਧੋਤੀ ਉਜਲੀ ਨਾ ਹੋਵਈ, ਜੇ ਸੋ ਧੋਵਣ ਪਾਹੋ। ਗੁਰ ਪ੍ਰਸਾਦੀ ਜੀਵਤ ਮਰੈ, ਉਲਟੀ ਹੋਵੈ ਮਤ ਬਦਲਾਹੋ। ਨਾਨਕ ਮੈਲ ਨਾ ਲੱਗਈ, ਫਿਰ ਫਿਜੋਨੀ ਪਾਹੋ। ਗੁਰ ਪ੍ਰਸਾਦੀ ਜੀਵਤ ਮਰੈ, ਉਲਟੀ ਹੋਵੈ ਮਤ ਬਦਲਾਹੋ। ਨਾਨਕ ਮੈਲ ਨਾ ਲੱਗਈ, ਨਾ ਫਿਰ ਜੋਨੀ ਪਾਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਤਖਤ ਚਵਰ ਛਤਰ ਦੇ ਸ਼ਹਿਨਸ਼ਾਹ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੋੜ ਮਿਲ ਬੈਠੇ ਗੁਰੂ ਕਾ ਖਾਸ ਰੂਪ, ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਗੁਰ ਫਤਿਹ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਤ ਪ੍ਰਤੀ ਵਾਂਗ ਅੱਜ ਵੀ ਦੀਨ ਦੁਨੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਿੰਘਾਸਣ ਉੱਪਰ ਸੁਭਾਏਮਾਨ ਹੋ ਕਰਕੇ, ਜਿੱਥੇ ਸਾਨੂੰ ਸਾਰਿਆਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੇ, ਪਾਵਨ ਸ੍ਰੀ ਮੁੱਖ ਵਾਕ ਸਾਹਿਬ ਜੀ ਦੀ ਦਾਤ ਬਖਸ਼ਿਸ਼ ਕੀਤੀ ਅਤੇ ਇਸ ਅਸਥਾਨ ਦੀ ਚੱਲੀ ਆਈ ਹੋਈ ਪੁਰਾਤਨ ਮਰਿਆਦਾ ਅਨੁਸਾਰ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਪਾਵਨ ਸ੍ਰੀ ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਕਰਨ ਅਤੇ ਸੁਣਨ ਵਾਸਤੇ ਆਪਾਂ ਸਾਰੇ ਹੀ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਜੀ ਵਿਖੇ ਅਤੇ ਮੀਡੀਆ ਦੇ ਚੈਨਲ ਦੇ ਸਾਧਨ ਰਾਹੀਂ ਆਪੋ ਆਪਣੇ ਘਰਾਂ ਵਿੱਚ ਜੋੜ ਕਰਕੇ ਇਕੱਤਰ ਹੋਏ ਹਾਂ, ਬੈਠੇ ਹਾਂ। ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਅੱਜ ਦਾ ਜੋ ਮਹਾਨ ਗੁਰਪੁਰਬ ਹੈ, 9ਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦਾ ਅੱਜ ਪ੍ਰਕਾਸ਼ ਗੁਰਪੁਰਬ ਹੈ, ਆਪ ਸਮੂਹ ਸੰਗਤਾਂ ਨੂੰ ਗੁਰਪੁਰਬ ਦੀਆਂ
ਬੇਅੰਤ ਬੇਅੰਤ ਵਧਾਈਆਂ ਹੋਣ ਜੀ। ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ। ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਕਿ ਆਪ ਜੀ ਦੇ 3 ਮਹਿਲ ਸਨ। ਮਾਤਾ ਦਮੋਦਰੀ ਜੀ, ਮਾਤਾ ਮਰਵਾਹੀ ਜੀ, ਕਿਧਰੇ ਨਾਮ ਮਹਾਦੇਵੀ ਜੀ ਵੀ ਕਰਕੇ ਆਉਂਦਾ। ਤੀਸਰੇ ਤਾਂ ਸਨ ਮਾਤਾ ਨਾਨਕੀ ਜੀ। ਸਤਿਗੁਰਾਂ ਦੇ ਗ੍ਰਹਿ 5 ਸਪੁੱਤਰਾਂ ਅਤੇ 1 ਸਪੁੱਤਰੀ ਨੇ ਜਨਮ ਲਿਆ। ਸਪੁੱਤਰੀ ਦਾ ਨਾਮ ਬੀਬੀ ਵੀਰੋ ਜੀ ਰੱਖਿਆ ਗਿਆ ਤੇ ਸਪੁੱਤਰਾਂ ਦੇ ਵਿੱਚੋਂ ਸਭ ਤੋਂ ਵੱਡੇ ਸਨ ਬਾਬਾ ਗੁਰਦਿੱਤਾ ਜੀ। ਬਾਬਾ ਗੁਰਦਿੱਤਾ ਜੀ ਦੇ ਗ੍ਰਹਿ 2 ਸਪੁੱਤਰਾਂ ਨੇ ਜਨਮ ਲਿਆ, ਬਾਬਾ ਧੀਰਮਲ ਜੀ ਤੇ 7ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ, ਜੋ ਦੁਨਿਆਵੀ ਰਿਸ਼ਤੇ ਦੇ ਵਿੱਚ 6ਵੇਂ ਪਾਤਸ਼ਾਹ ਦੇ ਪੋਤਰੇ ਲੱਗਦੇ ਸਨ, ਉਹਨਾਂ ਨੇ ਜਨਮ ਲਿਆ। ਸਭ ਤੋਂ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ, ਦੂਸਰੇ ਸੂਰਜਮਲ ਜੀ, ਤੀਸਰੇ ਅਣੀ ਰਾਏ ਜੀ, ਚੌਥੇ ਬਾਬਾ ਅਟਲ ਰਾਏ ਜੀ ਤੇ 5ਵੇਂ ਅਤੇ ਸਾਰਿਆਂ ਤੋਂ ਛੋਟੇ ਸਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ, ਜਿਨ੍ਹਾਂ ਨੇ ਮਾਤਾ ਨਾਨਕੀ ਜੀ ਦੀ ਕੁੱਖ ਤੋਂ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗ੍ਰਹਿ ਵਿਖੇ ਇਸੇ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਹੀ ਅਸਥਾਨ ਹੈ, ਜਿਸ ਨੂੰ ਅੱਜ ਆਪਾਂ ਗੁਰਦੁਆਰਾ ਗੁਰੂ ਕੇ ਮਹਿਲ ਸਾਹਿਬ ਜੀ ਕਹਿੰਦੇ ਹਾਂ। ਇਸ ਅਸਥਾਨ ਤੇ ਵਿਸਾਖ ਵਦੀ 5 ਸੰਮਤ 1678 ਵਿਕਰਮੀ ਅੰਗਰੇਜ਼ੀ ਮਹੀਨਾ ਅਪ੍ਰੈਲ ਸੰਨ ਈਸਵੀ 1621 ਨੂੰ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਧਾਰਿਆ। ਅੰਮ੍ਰਿਤ ਵੇਲੇ ਸੱਚੇ ਪਾਤਸ਼ਾਹ ਜੀ ਦਾ ਗੁਰੂ ਕੇ ਮਹਿਲ ਸਾਹਿਬ ਜੀ ਵਿਖੇ ਅਵਤਾਰ ਹੁੰਦਾ ਹੈ। ਉੱਥੋਂ ਸਿੱਖ ਚੱਲ ਕੇ ਆਉਂਦੇ ਮੇਰੀ ਪੀਰੀ ਦੇ ਸਤਿਗੁਰ ਕੋਲ ਸੱਚੇ ਪਾਤਸ਼ਾਹ ਜੀ ਉਸ ਵੇਲੇ ਇਤਿਹਾਸਕਾਰਾਂ ਜ਼ਿਕਰ ਕੀਤਾ ਹੈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰ ਰਹੇ ਸੀ। ਸਿੱਖ ਨੇ ਆਣ ਕੇ ਸਤਿਗੁਰਾਂ ਨੂੰ ਵਧਾਈ ਦਿੱਤੀ, ਦੱਸਿਆ ਕਿ ਸਤਿਗੁਰੂ ਆਪ ਜੀ ਦੇ ਗ੍ਰਹਿ ਸਾਹਿਬਜ਼ਾਦੇ ਨੇ ਜਨਮ ਲਿਆ। ਆਸਾ ਦੀ ਵਾਰ ਦੇ ਭੋਗ ਤੋਂ ਉਪਰੰਤ, ਦੀਵਾਨ ਦੀ ਸਮਾਪਤੀ ਤੋਂ ਉਪਰੰਤ ਸੱਚੇ ਪਾਤਸ਼ਾਹ ਜੀ ਸਿੱਖਾਂ ਦੇ ਨਾਲ ਚੱਲ ਕੇ ਗੁਰੂ ਕੇ ਮਹਿਲ ਸਾਹਿਬ ਜੀ ਵਿਖੇ ਜਾਂਦੇ ਹਨ। ਉਸ ਕਮਰੇ ਦੇ ਵਿੱਚ ਪਹੁੰਚਦੇ ਹਨ ਜਿੱਥੇ ਸਾਡੇ 9ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅਵਤਾਰ ਧਾਰਿਆ ਸੀ। ਜਾ ਕਰਕੇ ਸੱਚੇ ਪਾਤਸ਼ਾਹ ਜੀ ਛੋਟੇ ਜਿਹੇ ਬਾਲਕ ਨੂੰ ਮੇਰੀ ਪੀਰੀ ਦੇ ਸਤਿਗੁਰੂ ਆਪਣੇ ਹੱਥਾਂ ਵਿੱਚ ਚੁੱਕ ਲੈਂਦੇ ਹਨ। ਬੜੀ ਗੌਰ ਨਾਲ ਕੁਝ ਸਮਾਂ ਦੇਖਦੇ ਹਨ, ਨਿਹਾਰਦੇ ਹਨ ਅਤੇ ਓੜਕ ਨੂੰ 6ਵੇਂ ਪਾਤਸ਼ਾਹ ਆਪਣੇ ਹੀ ਬਾਲਕ ਨੂੰ ਸੀਸ ਝੁਕਾ ਕਰਕੇ ਨਮਸਕਾਰ ਕਰ ਦਿੰਦੇ ਹਨ। ਸੱਚਮੁੱਚ ਇਹ ਗੱਲ ਤੇ ਹੈਰਾਨੀ ਵਾਲੀ ਸੀ। ਗੁਰਬਿਲਾਸ ਪਾਤਸ਼ਾਹੀ 6ਵੀਂ ਨੇ ਕਰਤਾ ਨੇ ਇਹ ਜ਼ਿਕਰ ਕੀਤਾ। ਪ੍ਰਿੰਸੀਪਲ ਸਤਵੀਰ ਸਿੰਘ ਹੋਣਾ ਵੀ ਆਪਣੀ ਪੁਸਤਕ ਇਤ ਜਿਨ ਕਰੀ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਜਦੋਂ 6ਵੇਂ ਪਾਤਸ਼ਾਹ ਜੀ ਨੇ ਆਪਣੇ ਹੀ ਸਪੁੱਤਰ ਨੂੰ ਨਮਸਕਾਰ ਕੀਤੀ, ਸੀਸ ਝੁਕਾਇਆ
ਤਬ ਗੁਰ ਸਿਸ ਕੋ ਬੰਧਨ ਕੀਨੀ ਅਤ ਹਿਤ ਲਾਏ। ਉਸ ਵੇਲੇ ਬਾਬਾ ਬੇਦੀ ਚੰਦ ਜੀ ਸਿੰਘ ਸਾਹਿਬ ਜੀ ਕੋਲ ਖੜੇ ਸਨ। ਉਹਨਾਂ ਨੇ ਪੁੱਛਿਆ ਕਿ ਸਤਿਗੁਰੂ, ਆਪ ਜੀ ਦੀ ਰਮਜ ਮੇਰੀ ਸਮਝ ਦੇ ਵਿੱਚ ਨਹੀਂ ਆਈ ਕਿ ਆਪ ਜੀ ਦੇ ਘਰ ਸਾਹਿਬਜ਼ਾਦੇ ਨੇ ਜਨਮ ਲਿਆ ਤੇ ਆਪ ਜੀ ਨੇ ਆਪਣੇ ਹੀ ਸਾਹਿਬਜ਼ਾਦੇ ਨੂੰ ਸੀਸ ਝੁਕਾਇਆ। ਉਸ ਵੇਲੇ ਸਤਿਗੁਰਾਂ ਨੇ ਕਿਹਾ ਸੀ, ਬਾਬਾ ਬੇਦੀ ਚੰਦ ਜੀ, ਇਸ ਗੱਲ ਨੂੰ ਗੁਪਤ ਰੱਖਣਾ, ਪਰ ਇਹ ਬਾਲਕ ਬਹੁਤ ਮਹਾਨ ਹੈ, ਦੀਨ ਰਸ਼ ਸੰਕਟ ਹਰੈ। ਇਸ ਤਰ੍ਹਾਂ ਵਚਨ ਛੇਵੇਂ ਪਾਤਸ਼ਾਹ ਜੀ ਨੇ ਕੀਤਾ ਸੀ ਕਿ ਇਹ ਦੀਨ ਦੁਨੀਆ ਦਾ, ਗਰੀਬਾਂ ਦਾ, ਨਿਮਾਣਿਆਂ ਨਿਤਾਣਿਆਂ ਦਾ ਸੰਕਟ ਹਰੇਗਾ, ਦੁੱਖ ਹਰੇਗਾ। ਬੜੇ ਵਰ ਦਿੱਤੇ ਉਸ ਵੇਲੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ। ਇਤਿਹਾਸਕਾਰ ਲਿਖਦੇ ਹਨ ਕਿ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਬਚਪਨ ਤੋਂ ਹੀ ਬਹੁਤ ਗੰਭੀਰ ਸਹਿਜ ਅਵਸਥਾ ਦੇ ਵਿੱਚ ਵਿਚਰਦੇ ਸਨ। ਚੰਚਲਤਾਈ ਬਿਲਕੁਲ ਸਤਿਗੁਰਾਂ ਦੇ ਵਿੱਚ ਨਹੀਂ ਸੀ। ਤਾਂ ਹੀ ਇਤਿਹਾਸਕਾਰਾਂ ਨੇ ਆਪੋ ਆਪਣੀ ਭਾਵਨਾ ਦੇ ਨਾਲ ਵੱਖ-ਵੱਖ ਸ਼ਬਦਾਂ ਦੇ ਨਾਲ ਸਤਿਗੁਰਾਂ ਨੂੰ ਉਚਾਰਨ ਕੀਤਾ। ਤਿਆਗ, ਵਿਰਾਗ, ਅਨੁਰਾਗ ਦੀ ਮੂਰਤ ਵੀ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ, ਇਸ ਤਰ੍ਹਾਂ ਲਿਖਣਾ ਕੀਤਾ। ਜੇ ਸਤਿਗੁਰਾਂ ਦੀ ਸਮੁੱਚੀ ਬਾਣੀ ਪੜ੍ਹੀਏ ਤੇ ਉਸ ਦੇ ਵਿੱਚੋਂ ਵੀ ਬਹੁਤ ਵੈਰਾਗ ਡੁੱਲ ਪੈਂਦਾ। ਤਕਰੀਬਨ ਹਰ ਸ਼ਬਦ ਦੇ ਵਿੱਚ ਹੀ ਸਤਿਗੁਰਾਂ ਨੇ ਮਨ ਨੂੰ ਸੰਬੋਧਨ ਕੀਤਾ। ਮਨ ਰੇ ਮਨ, ਮੇਰੇ ਮਨ, ਬਹੁਤ ਮਨ ਨੂੰ ਸਮਝਾਉਣਾ ਕੀਤਾ। ਤੇ ਸਤਿਗੁਰਾਂ ਦੇ ਬਚਪਨ ਦੀਆਂ ਕੁਝ ਘਟਨਾਵਾਂ ਸਾਖੀਆਂ ਜੋ ਬਹੁਤ ਪ੍ਰਚਲਿਤ ਹਨ। ਇੱਕ ਤਾਂ ਇਹ ਕਿ ਬਚਪਨ ਦੇ ਵਿੱਚ ਹੀ ਛੋਟੀ ਉਮਰ ਸੀ ਹਾਲੇ, ਵੱਡੇ ਭਰਾ ਬਾਬਾ ਗੁਰਦਿੱਤਾ ਜੀ ਦਾ ਵਿਆਹ, ਜਿੱਥੇ ਸਾਰਾ ਪਰਿਵਾਰ ਤਿਆਰ ਹੁੰਦਾ, ਸੁੰਦਰ ਕੱਪੜੇ ਪਾਉਂਦਾ। ਮਾਤਾ ਨਾਨਕੀ ਜੀ ਵੀ ਸਤਿਗੁਰਾਂ ਨੂੰ ਬਹੁਤ ਸੁੰਦਰ ਵਸਤਰ ਪਹਿਨਾਉਂਦੇ। ਸਤਿਗੁਰੂ ਬਾਹਰ ਗਲੀ ਵਿੱਚ ਆ ਜਾਂਦੇ ਆ, ਬਰਾਤ ਦੀ ਤਿਆਰੀ ਹੈ। ਇੱਕ ਗਰੀਬ ਬੱਚਾ ਵੇਖਦੇ ਜੋ ਪੈਰਾਂ ਤੋਂ ਨੰਗਾ, ਧੜ ਤੋਂ ਨੰਗਾ। ਜਦੋਂ ਉਹ ਇਹਨਾਂ ਦੇ ਕੋਲ ਹੱਥ ਫੈਲਾ ਕੇ ਜਾਚਨਾ ਕਰਦਾ ਨਾ, ਸਤਿਗੁਰੂ ਉਸ ਨੂੰ ਆਪਣੇ ਵਸਤਰ ਵੀ ਦੇ ਦਿੰਦੇ, ਆਪਣੇ ਪੈਰਾਂ ਦਾ ਜੋੜਾ ਉਤਾਰ ਕੇ ਵੀ ਦੇ ਦਿੰਦੇ। ਆਪ ਨੰਗੇ ਪੈਰੀਂ, ਨੰਗੇ ਧੜ ਘਰ ਵਾਪਸ ਚਲੇ ਜਾਂਦੇ। ਮਾਤ ਨਾਨਕੀ ਜੀ ਨੇ ਉਸ ਵੇਲੇ ਝਿੜਕਿਆ। 6ਵੇਂ ਪਾਤਸ਼ਾਹ ਜੀ ਨੂੰ ਸ਼ਿਕਾਇਤ ਵੀ ਲਾਈ ਕਿ ਮੈਂ ਹੁਣੇ ਹੀ ਤਿਆਰ ਕਰਕੇ, ਵਸਤਰ ਪਹਿਨਾ ਕਰਕੇ ਬਹੁਤ ਕੀਮਤੀ ਬਾਹਰ ਭੇਜਿਆ ਸੀ, ਪਰ ਪਤਾ ਨਹੀਂ ਕਿ ਕਿਹਨੂੰ ਦੇ ਕੇ ਆ ਗਏ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਕਿਹਾ ਸੀ, ਮਾਂ ਮੈਨੂੰ ਪਤਾ ਹੈ, ਮੈਨੂੰ ਤੇ ਤੁਸੀਂ ਹੋਰ ਵਸਤਰ ਪਹਿਨਾ ਦੇਵੋਗੇ, ਪਰ ਉਹ ਗਰੀਬ ਬੱਚਾ ਜੋ ਪੈਰਾਂ ਤੋਂ ਵੀ ਨੰਗਾ, ਧੜ ਤੋਂ ਵੀ ਨੰਗਾ ਸੀ, ਉਸ ਨੂੰ ਕਿਸੇ ਨੇ ਨਹੀਂ ਸੀ ਦੇਣੇ। 6ਵੇਂ ਪਾਤਸ਼ਾਹ ਜੀ ਨੇ ਉਸ ਵੇਲੇ ਫਿਰ ਮਾਤਾ ਨਾਨਕੀ ਜੀ ਨੂੰ ਕਿਹਾ ਸੀ, ਨਾਨਕੇ ਜ਼ਿੰਦਗੀ ਦੇ ਵਿੱਚ ਇਸ ਬਾਲਕ ਨੂੰ ਝਿੜਕਣਾ ਨਹੀਂ। ਅੱਜ ਇਹ ਕਿਸੇ ਦੀ ਗਰੀਬੀ ਵੇਖ ਕੇ, ਕਿਸੇ ਨੂੰ ਧੜ ਤੋਂ ਨੰਗਾ ਵੇਖ ਕੇ, ਪੈਰਾਂ ਤੋਂ ਨੰਗਾ ਵੇਖ ਕੇ ਆਪਣਾ ਜੋੜਾ ਦੇ ਆਇਆ, ਆਪਣੇ ਵਸਤਰ ਦੇ ਆਇਆ। ਇੱਕ ਸਮਾਂ ਆਵੇਗਾ ਜਦੋਂ ਕਿਸੇ ਦੇ ਧਰਮ ਨੂੰ ਸੰਕਟ ਵਿੱਚ ਵੇਖ ਕੇ ਨਾ, ਇਹ ਆਪਣੇ ਸੀਸ ਦਾ ਹੀ ਦਾਨ ਦੇ ਦੇਵੇਗਾ, ਆਪਣੇ ਸੀਸ ਦਾ ਹੀ ਬਲੀਦਾਨ ਦੇ ਦੇਵੇਗਾ। ਉਹ ਸਮਾਂ ਕੋਈ ਬਹੁਤਾ ਨੂਰ ਨਹੀਂ। ਇਤਿਹਾਸ ਨਵੇਰਾ, ਸਮਾਂ ਸੀਮਤ ਹੈ। ਸਤਿਗੁਰੂ ਬਚਪਨ ਦੇ ਵਿੱਚ ਹੀ ਸਾਡੇ ਵਾਸਤੇ ਪੂਰਨੇ ਪਾਏ ਕਿ ਇੱਕ ਆਮ ਮਨੁੱਖ ਨੇ, ਇੱਕ ਧਾਰਮਿਕ ਮਨੁੱਖ ਨੇ ਅੰਦਰੋਂ ਬਾਹਰੋਂ ਕਿਵੇਂ ਇੱਕ ਹੋਣਾ। ਜਿਵੇਂ ਸਤਿਗੁਰਾਂ ਨੇ ਗੁਰਬਾਣੀ ਅੰਦਰ ਜ਼ਿਕਰ ਕੀਤਾ, ਜੀ ਆਓ ਨਿਰਮਲ ਬਾਹਰ ਆਓ, ਨਿਰਮਲ ਬਾਹਰ ਆਓ ਤਾਂ ਨਿਰਮਲ, ਜੀ ਆਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਇੱਕ ਧਾਰਮਿਕ ਮਨੁੱਖ ਜਦੋਂ ਕਿਸੇ ਨੂੰ ਕੋਈ ਉਪਦੇਸ਼ ਦਿੰਦਾ, ਸਿੱਖਿਆ ਦਿੰਦਾ,
ਉਸ ਮਨੁੱਖ ਤੇ ਉਸ ਮਨੁੱਖ ਦੀਆਂ ਗੱਲਾਂ ਦਾ ਅਸਰ ਬਹੁਤ ਜ਼ਿਆਦਾ ਤਾਂ ਹੀ ਹੋਵੇਗਾ ਜਿਉਂ ਉਪਦੇਸ਼ ਜੋ ਸਿੱਖਿਆ ਉਹ ਦੂਸਰੇ ਨੂੰ ਦੇ ਰਿਹਾ, ਉਸਨੇ ਪਹਿਲਾਂ ਉਸ ਨੂੰ ਖੁਦ ਕਮਾਇਆ ਹੋਵੇ। ਸਤਿਗੁਰਾਂ ਨੇ ਜ਼ਿਕਰ ਕੀਤਾ ਗੁਰਬਾਣੀ ਵਿੱਚ ਵੀ ਜੇ ਇੰਜ ਹੈ ਵੀ ਅਵਰ ਉਪਦੇਸੈ ਆਪ ਨਾ ਕਰੇ, ਵੀ ਦੂਸਰੇ ਨੂੰ ਤੇ ਸਿੱਖਿਆ ਦੇਈ ਜਾਣੀ ਪਰ ਆਪ ਉਸ ਤੇ ਨਾ ਚੱਲਣਾ। ਫਿਰ ਸਤਿਗੁਰੂ ਕਹਿੰਦੇ ਉਹਨੂੰ ਕੀ ਮਿਲੇਗਾ? ਆਵਤ ਜਾਵਤ ਜਨਮੇ ਮਰੇ। ਸਤਿਗੁਰਾਂ ਨੇ ਪੂਰਨੇ ਪਾਏ ਵੀ ਇੱਕ ਧਾਰਮਿਕ ਮਨੁੱਖ ਨੇ ਕਿਸੇ ਨੂੰ ਸਿੱਖਿਆ ਦੇਣ ਤੋਂ ਪਹਿਲਾਂ ਉਸ ਨੂੰ ਆਪ ਪਿੰਡੇ ਤੇ ਜ਼ਰੂਰ ਹੰਡਾਉਣਾ, ਆਪ ਕਮਾਉਣਾ, ਉਹ ਹੀ ਸਿੱਖਿਆ ਫਿਰ ਦੂਸਰੇ ਤੇ ਬਹੁਤ ਜ਼ਿਆਦਾ ਅਸਰ ਕਰੇਗੀ। ਨਹੀਂ ਤੇ ਉਹ ਹਵਾ ਦੇ ਵਿੱਚ ਹੀ ਬੋਲ ਨਿਕਲ ਜਾਂਦੇ ਆ, ਦੂਸਰੇ ਤੇ ਅਸਰ ਨਹੀਂ ਹੁੰਦਾ। ਜਦੋਂ ਉਹ ਮਨੁੱਖ ਉਹਨਾਂ ਬੋਲਾਂ ਨੂੰ ਆਪਣੀ ਪ੍ਰੈਕਟੀਕਲੀ ਨਿੱਜੀ ਜ਼ਿੰਦਗੀ ਦੇ ਵਿੱਚ ਆਪ ਨਹੀਂ ਕਮਾਉਂਦਾ। ਪ੍ਰਿੰਸੀਪਲ ਸਤਵੀਰ ਸਿੰਘ ਗੁਣਾ ਹੀ ਇਸ ਛੋਟੀ ਜਿਹੀ ਸਾਖੀ ਦਾ ਵੀ ਜ਼ਿਕਰ ਕੀਤਾ ਵੀ ਆਪ ਜੀ ਦਾ ਕਹਾਣੀ ਜੋ ਆਪ ਜੀ ਦੇ ਨਾਲ ਹੀ ਵਿਚਰਦਾ ਸੀ, ਉਸ ਦੀ ਮਾਤਾ ਨੇ ਆਣ ਕੇ ਕਿਹਾ ਸੀ ਕਿ ਇਸ ਬੱਚੇ ਨੂੰ ਸਮਝਾਓ, ਇਹ ਗੁੜ ਬਹੁਤ ਖਾਂਦਾ, ਇਸ ਦੇ ਫੋੜੇ ਫਿਨਸੀਆਂ ਬਹੁਤ ਨਿਕਲ ਆਏ। ਸਤਿਗੁਰਾਂ ਨੇ ਕਿਹਾ ਸੀ ਮਾਂ ਇਸ ਬੱਚੇ ਨੂੰ ਅਗਲੇ ਹਫ਼ਤੇ ਲੈ ਕੇ ਆਈ। ਹਫ਼ਤੇ ਬਾਅਦ ਜਦੋਂ ਉਹ ਮਾਤਾ ਕਹਿੰਦੇ ਦੁਬਾਰਾ ਆਪਣੇ ਬੱਚੇ ਨੂੰ ਲੈ ਕੇ ਆਈ, ਸਤਿਗੁਰਾਂ ਨੇ ਇੰਨਾ ਹੀ ਕਿਹਾ ਵੀ ਹਾਣੀਆਂ ਗੁੜ ਬਹੁਤਾ ਨਹੀਂ ਖਾਈਦਾ, ਇਹ ਸਿਹਤ ਵਾਸਤੇ ਬਹੁਤਾ ਗੁੜ ਜਿਹੜਾ ਚੰਗਾ ਨਹੀਂ ਹੁੰਦਾ। ਮਾਂ ਕਹਿਣ ਲੱਗੀ ਵੀ ਜੇ ਇੰਨੀ ਗੱਲ ਹੀ ਕਹਿਣੀ ਸੀ ਤੇ ਹਫ਼ਤਾ ਪਹਿਲਾਂ ਹੀ ਕਹਿ ਦਿੰਦੇ ਹੋ, ਇੱਕ ਹਫ਼ਤਾ ਮੈਨੂੰ ਉਡੀਕ ਕਿਉਂ ਕਰਵਾਈ? ਪਰ ਕਰਨੀ ਅਤੇ ਕਥਨੀ ਇੱਕ ਹੋਣੀ ਚਾਹੀਦੀ ਹੈ। ਸਤਿਗੁਰਾਂ ਨੇ ਇਹ ਪੂਰਨੇ ਪਾਏ। ਸਤਿਗੁਰੂ ਕਹਿਣ ਲੱਗੇ ਮਾਂ ਅਸਲ ਦੇ ਵਿੱਚ ਜਦੋਂ ਤੂੰ ਮੇਰੇ ਕੋਲ ਪਹਿਲਾਂ ਆਈ ਸਾਂ ਨਾ ਬੱਚੇ ਨੂੰ ਲੈ ਕੇ, ਤੇ ਮੈਂ ਵੀ ਗੁੜ ਖਾ ਲੈਂਦਾ ਸਾਂ। ਉਸ ਵੇਲੇ ਜੇ ਮੈਂ ਇਹਨੂੰ ਕਹਿ ਵੀ ਦਿੰਦਾ ਤੇ ਕਿਉਂਕਿ ਉਸ ਅਮਲ ਨੂੰ ਮੈਂ ਆਪ ਨਹੀਂ ਸੀ ਕਮਾਇਆ, ਉਸ ਸਿੱਖਿਆ ਨੂੰ ਮੈਂ ਆਪ ਨਹੀਂ ਸੀ ਕਮਾਇਆ, ਮੇਰੇ ਕਹੇ ਹੋਏ ਬੋਲਾਂ ਨੇ ਮੇਰੇ ਹਾਣੀ ਤੇ ਅਸਰ ਨਹੀਂ ਸੀ ਕਰਨਾ। ਪਹਿਲਾਂ ਤੇ ਹਫ਼ਤਾ ਮੈਂ ਉਸ ਸਿੱਖਿਆ ਨੂੰ ਆਪ ਕਮਾਇਆ, ਮੈਂ ਆਪ ਗੁੜ ਖਾਣਾ ਛੱਡਿਆ। ਹਫ਼ਤੇ ਬਾਅਦ ਤਾਂ ਮੈਂ ਆਪਣੇ ਮਿੱਤਰ ਨੂੰ ਹਾਣੀ ਨੂੰ ਕਿਹਾ ਵੀ ਮਿੱਤਰਾ ਹਾਣੀ ਗੁੜ ਨਹੀਂ ਖਾਈਦਾ। ਹੁਣ ਜਦੋਂ ਮੈਂ ਉਸ ਅਮਲ ਨੂੰ ਉਸ ਸਿੱਖਿਆ ਨੂੰ ਆਪ ਗ੍ਰਹਿਣ ਕੀਤਾ ਨਾ, ਜਦੋਂ ਹੁਣ ਮੈਂ ਇਸ ਨੂੰ ਇਹ ਸਿੱਖਿਆ ਦੇ ਰਿਹਾ, ਬਚਨ ਕਹਿ ਰਿਹਾ, ਹੁਣ ਇਸ ਤੇ ਅਸਰ ਕਰਨਗੇ। ਜੇ ਮੈਂ ਉਦੋਂ ਕਹਿ ਦਿੰਦਾ ਇਸ ਤੇ ਮੇਰੇ ਬੋਲਾਂ ਨੇ ਅਸਰ ਨਹੀਂ ਸੀ ਕਰਨਾ। ਅਸਲ ਦੇ ਵਿੱਚ ਇਹ ਪੂਰਨੇ ਇਹ ਨਿੱਕੀਆਂ ਨਿੱਕੀਆਂ ਸਾਖੀਆਂ ਸਾਡੇ ਵਾਸਤੇ ਕਿ ਇੱਕ ਸਿੱਖ ਨੇ ਵੀ ਅੰਦਰੋਂ ਅਤੇ ਬਾਹਰੋਂ ਇੱਕ ਹੋਣਾ, ਮਤਲਬ ਕਰਨੀ ਅਤੇ ਕਥਨੀ ਦੇ ਵਿੱਚ ਫਰਕ ਨਹੀਂ ਹੋਣਾ ਚਾਹੀਦਾ। ਜੋ ਕਥਨੀ ਹੈ ਉਹ ਕਰਨੀ ਵੀ ਹੋਣੀ ਚਾਹੀਦੀ ਹੈ, ਕਰਨੀ ਨੂੰ ਹੀ ਕਥਨੀ ਦਾ ਰੂਪ ਦੇਣਾ ਚਾਹੀਦਾ। ਇਹ ਨਹੀਂ ਦੂਸਰੇ ਨੂੰ ਸਿੱਖਿਆਵਾਂ ਦੇਈ ਜਾਵੇ ਪਰ ਆਪ ਉਹਨਾਂ ਵਿਸ਼ਿਆਂ ਵਿਕਾਰਾਂ ਵਿੱਚ ਮਨੁੱਖ ਗ੍ਰਸਤ ਹੋਇਆ ਹੋਵੇ। ਬੜੀਆਂ ਨਿੱਕੀਆਂ ਨਿੱਕੀਆਂ ਘਟਨਾਵਾਂ ਗਿਆਨੀ ਗਿਆਨ ਸਿੰਘ ਜੀ ਨੇ ਤਵਾਰੀਖ ਗੁਰੂ ਖਾਲਸਾ ਵਿੱਚ ਲਿਖਿਆ ਹੈ ਕਿ ਬਚਪਨ ਦੇ ਵਿੱਚ ਹੀ ਸੱਚੇ ਪਾਤਸ਼ਾਹ ਜੀ ਨੇ ਘਰੋਂ ਬਾਹਰ ਇਕਾਂਤ ਵਿੱਚ ਜਾ ਕੇ ਤੇ ਪਰਮੇਸ਼ਰ ਦੀ ਯਾਦ ਵਿੱਚ ਜੁੜੇ ਰਹਿਣਾ, ਤੇ ਇੰਨਾ ਜੁੜਨਾ ਪਤਾ ਹੀ ਨਾ ਲੱਗਣਾ ਵੀ ਕਿੰਨਾ ਸਮਾਂ ਨਿਕਲ ਗਿਆ। ਘਰਦਿਆਂ ਨੇ ਜਾਂ ਸਿੱਖਾਂ ਨੇ ਜਾ ਕੇ ਲੱਭ ਕੇ ਵਾਪਸ ਲਿਆਉਣਾ, ਲਿਆ ਕਰਕੇ ਜਲ ਪਾਣੀ ਪ੍ਰਸ਼ਾਦਾ ਛਕਾਉਣਾ, ਇੰਨੀ ਸੁਰਤ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਬਚਪਨ ਵਿੱਚ ਹੀ ਜੁੜ ਜਾਂਦੀ ਸੀ। ਐਵੇਂ ਹੀ ਨਹੀਂ ਮੁੜ ਕੇ 26-27 ਸਾਲ ਲੰਮਾ ਸਮਾਂ ਸਤਿਗੁਰਾਂ ਨੇ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਤੇ ਬੰਦਗੀ ਕੀਤੀ। ਅਸਲ ਦੇ ਵਿੱਚ ਉਹ ਬਚਪਨੇ ਤੋਂ ਹੀ ਤਿਆਰੀ ਹੁੰਦੀ ਜਾ ਰਹੀ ਸੀ। ਉਹ ਤਿਆਰੀ ਕਰਨ ਤੋਂ ਉਪਰੰਤ ਹੀ ਫਿਰ ਸੱਚੇ ਪਾਤਸ਼ਾਹ ਜੀ ਇਬਾਦਤ ਤੋਂ ਸ਼ਹਾਦਤ ਦਾ ਰੂਪ ਦਿੱਤਾ। ਅੱਜ ਐਸੇ ਮਹਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਹੈ। ਆਪ ਸਮੂਹ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈ ਹੋਵੇ ਜੀ। ਆਓ ਹੁਣ ਜੋ ਅੰਮ੍ਰਿਤ ਵੇਲੇ ਸਾਨੂੰ ਸ੍ਰੀ ਮੁਖ ਵਾਕ ਸਾਹਿਬ ਜੀ ਦੀ ਦਾਤ ਬਖਸ਼ਿਸ਼ ਪ੍ਰਾਪਤ ਹੋਈ ਹੈ, ਉਸ ਦੀ ਕਥਾ ਵਿਚਾਰ ਦੇ ਨਾਲ ਜੁੜਨਾ ਕਰੀਏ। ਸਮੂਹ ਮਾਈ ਭਾਈ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਇੱਕ ਵਾਰ ਸਾਰੇ ਹੀ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਜਨਮ ਜਨਮ ਕੀ ਇਸ ਮਨ ਕਉ ਮਲ ਲਾਗੀ। ਅੱਜ ਦਾ ਇਹ ਪਾਵਨ ਪਵਿੱਤਰ ਸ਼੍ਰੀ ਮੁਖਵਾਕ ਸਾਹਿਬ ਰਾਗ ਸੋਰਠ ਦੀ ਵਾਰ 22ਵੀਂ ਪੌੜੀ, ਜਿਸ ਦੇ ਨਾਲ 2 ਸ਼ਲੋਕ ਹਨ। ਸ਼ਲੋਕ ਤੀਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹਨ ਅਤੇ ਇਸ ਵਾਰ ਦੇ ਵਿੱਚ ਸਾਰੀਆਂ ਹੀ ਪੌੜੀਆਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਹਨ। ਪ੍ਰਾਰੰਭਤਾ ਦੇ ਵਿੱਚ ਸ਼ਲੋਕ ਮਹੱਲਾ ਤੀਜਾ, ਤੀਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਦੇ ਹਨ, ਜਨਮ ਜਨਮ ਕੀ ਇਸ ਮਨ ਕਉ ਮਲ ਲਾਗੀ। ਜਨਮ ਜਨਮਾਂਤਰਾਂ ਦੀ ਮੈਲ ਲੱਗੀ ਹੈ, ਕਿਹਨੂੰ? ਇਸ ਮਨ ਕਉ ਮਲ ਲਾਗੀ। ਇਹ ਮਲ ਕਿਹੜੀ ਹੈ? ਮਨ ਦੀ ਜਦੋਂ ਡੈਫੀਨੇਸ਼ਨ ਪਰਿਭਾਸ਼ਾ ਵਿਦਵਾਨਾਂ ਨੇ ਅੰਕਿਤ ਕੀਤੀ ਹੈ ਤੇ ਵਿਦਾਂਤ ਦੇ ਵਿੱਚ ਸੰਕਲਪੋ ਵਿਕਲਪੋ ਹੀ ਮਨ, ਕਿ ਸਾਰੇ ਸੰਕਲਪਾਂ ਅਤੇ ਵਿਕਲਪਾਂ ਦਾ ਸਮੂਹ ਉਸ ਨੂੰ ਨਾਮ ਦਿੱਤਾ ਮਨ। ਕੁਝ ਵਿਦਵਾਨਾਂ ਨੇ ਇਸ ਤਰ੍ਹਾਂ ਵੀ ਸਾਰੀਆਂ ਸਿਆਣਪਾਂ, ਸਾਰੀਆਂ ਚੰਗਿਆਈਆਂ, ਸਾਰੇ ਹੀ ਫੁਰਨੇ ਜੋ ਵੀ ਮਨੁੱਖ ਦੇ ਕੋਲ ਚਾਤਰੀਆਂ ਸਿਆਣਪਾਂ ਚਤਰਾਈਆਂ, ਇਹਨਾਂ ਸਾਰਿਆਂ ਦੇ ਇਕੱਠ ਨੂੰ ਨਾਂ ਦਿੱਤਾ ਮਨ। ਤੇ ਜਨਮ ਜਨਮ ਕੀ, ਆਪਾਂ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਵਰੀਆ। ਆਪਾਂ ਨੂੰ ਇਹ ਮਨੁੱਖਾ ਸਰੀਰ ਪ੍ਰਾਪਤ ਹੋਇਆ, ਪਰ ਇਸ ਤੋਂ ਪਹਿਲਾਂ ਪਤਾ ਨਹੀਂ ਆਪਾਂ ਕਿੰਨੇ ਕੋ ਜਨਮ, ਕਿੰਨੀਆਂ ਕੋ ਜੂਨੀਆਂ ਭੋਗ ਕੇ ਆਏ। ਉਹਨਾਂ ਦੇ ਵਿੱਚ ਜੋ ਜੋ ਵੀ ਆਪਾਂ ਕਰਮ ਕੀਤੇ, ਨਿਖਿੱਧ ਕਰਮ ਕੀਤੇ, ਉਹ ਫਿਰ ਸੰਸਕਾਰ ਬਣ ਕੇ ਤੇ ਸੰਸਕਾਰਾਂ ਦੀ ਮੈਲ ਰੂਪ ਹੋ ਕੇ ਸਾਡੇ ਅੰਤਸ਼ਕਰਣ ਤੇ ਚੜੇ ਹਨ ਜੀ। ਮੈਂ ਬਹੁਤਾ ਖੁੱਲ੍ਹ ਕੇ ਵਿਸਥਾਰ ਨਹੀਂ ਕਰਨਾ। ਸੁਭਾਵਕ ਪਿਛਲੀ ਕਥਾ ਵਿੱਚ ਵੀ ਇਹ ਪ੍ਰਕਰਣ ਆਇਆ ਸੀ। ਅੰਤਸ਼ਕਰਣ ਨੂੰ 3 ਤਰ੍ਹਾਂ ਦੀ ਮੈਲ ਦਾ ਜ਼ਿਕਰ ਕੀਤਾ ਵਿਦਵਾਨਾਂ ਨੇ, ਮਲ, ਵਿਖੇਪ ਤੇ ਅਵਰਨ। ਮਲ ਮੈਲ ਧੁੱਪਦੀ ਹੈ ਨਿਸ਼ਕਾਮ ਸੇਵਾ, ਨਿਸ਼ਕਾਮ ਕਰਮਾਂ ਦੇ ਨਾਲ। ਅਵਰਨ ਮੈਲ ਧੁੱਪਦੀ ਹੈ ਮਨ ਦੀ ਚੰਚਲਤਾ, ਬੰਦਗੀ ਦੇ ਨਾਲ। ਅਵਰਨ ਮੈਲ ਧੁੱਪਦੀ ਹੈ ਅਵਿਦਿਆ ਦੀ ਮੈਲ, ਗੁਰੂ ਦੇ ਗਿਆਨ, ਗੁਰੂ ਦੀ ਸਿੱਖਿਆ ਗ੍ਰਹਿਣ ਕਰਨ ਦੇ ਨਾਲ, ਗੁਰੂ ਦੀ ਸਿੱਖਿਆ ਤੇ ਚੱਲਣ ਦੇ ਨਾਲ। ਇਹ ਮਨ ਅੰਤਸ਼ਕਰਣ ਦਾ ਹੀ ਹਿੱਸਾ ਹੈ। ਇਹਨਾਂ ਚਾਰਾਂ ਨੂੰ ਜੋੜ ਕੇ ਇੱਕ ਨਾਮ ਦਿੱਤਾ ਫਿਰ ਅੰਤਸ਼ਕਰਣ। ਉਹ ਚਾਰ ਕਿਹੜੇ ਆ ਜੀ? ਮਨ, ਬੁੱਧ, ਚਿੱਤ, ਅਹੰਕਾਰ। ਮਨ, ਬੁੱਧ, ਚਿੱਤ, ਹੰਕਾਰ, ਇਹਨਾਂ ਚਾਰਾਂ ਨੂੰ ਜੋੜ ਕੇ ਅੰਤਸ਼ਕਰਣ ਦਾ ਨਾਮ ਦਿੱਤਾ। ਇੰਝ ਕਹਿ ਲਓ ਵੀ ਅੰਤਸ਼ਕਰਣ ਦੀ ਵਿਆਖਿਆ ਕਰਨ ਵਾਸਤੇ ਉਸ ਨੂੰ 4 ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਇਹ ਕਿਵੇਂ ਸਾਨੂੰ ਪ੍ਰਭਾਵਿਤ ਕਰਦੇ ਹੈ? ਜਦੋਂ ਅਸੀਂ ਕੋਈ ਫੁਰਨਾ ਸਾਡੇ ਅੰਦਰ ਉੱਠਦਾ ਕਿਸੇ ਪਦਾਰਥ ਵਾਸਤੇ, ਕਿਸੇ ਲੋੜ ਵਾਸਤੇ ਜਾਂ ਫਾਲਤੂ, ਉਹ ਫੁਰਨਾ ਜਿੱਥੇ ਉੱਠਦਾ ਉਸ ਨੂੰ ਕਹਿੰਦੇ ਚਿੱਤ। ਚਿੱਤ ਦੇ ਵਿੱਚ ਫੁਰਨਾ ਉੱਠਦਾ ਜੀ। ਜਿੱਥੋਂ ਫੁਰਨਾ ਉੱਠਦਾ ਉਹਨੂੰ ਚਿੱਤ ਦਾ ਨਾਮ ਦਿੱਤਾ ਵਿਦਵਾਨਾਂ ਨੇ। ਇੱਕਦਮ ਜਦੋਂ ਫੁਰਨਾ ਉੱਠਦਾ ਉਸ ਦੀ ਪ੍ਰਾਪਤੀ ਵਾਸਤੇ, ਭੱਜ ਦੌੜ ਵਾਸਤੇ ਜੋ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ, ਇੱਕ ਸਿਸਟਮ ਬਣਿਆ ਜੀ। ਇੱਕਦਮ ਅੰਦਰ ਇਹ ਆਪੋ ਆਪਣਾ ਕੰਮ ਕਰਨ ਲੱਗ ਪੈਂਦੇ ਆ। ਚਿੱਤ ਦੇ ਕੀਤੇ ਹੋਏ ਫੁਰਨੇ ਦੀ ਪ੍ਰਾਪਤੀ ਵਾਸਤੇ ਫਿਰ ਮਨ ਭੱਜ ਦੌੜ ਸ਼ੁਰੂ ਕਰਨੀ ਕਰ ਦਿੰਦਾ। ਉਸ ਨੂੰ ਕਹਿੰਦੇ ਮਨ, ਜੋ ਉਸ ਫੁਰਨੇ ਨੂੰ ਪੂਰਾ ਕਰਨ ਵਾਸਤੇ ਸਿਰ ਤੋੜ ਯਤਨ ਕਰਦਾ,
ਉਹ ਮਨ। ਫਿਰ ਤੀਸਰਾ ਨਾਮ ਅਹੰਕਾਰ ਦਾ। ਹੰਕਾਰ ਫਿਰ ਇੱਥੇ ਖਲੋਂਦਾ ਵੀ ਇਹ ਫੁਰਨਾ, ਇਹ ਕੰਮ, ਇਹ ਮੈਂ ਪ੍ਰਾਪਤ ਕਰ ਲਿਆ ਜਾਂ ਮੈਂ ਕਰ ਲਵਾਂਗਾ ਜਾਂ ਮੈਂ ਕਰ ਲਿਆ। ਇਹ ਵਾਰ-ਵਾਰ ਜਿਹੜਾ ਜ਼ਿਕਰ ਹੈ, ਇਸ ਨੂੰ ਨਾਮ ਦਿੱਤਾ ਹੰਕਾਰ ਦਾ। ਚੌਥਾ ਬੁੱਧ। ਬੁੱਧ ਫਿਰ ਨਿਸ਼ਚਾ ਕਰਦੀ ਹੈ ਗਿਆਨ ਸਹਿਤ ਵੀ ਇਹ ਕੰਮ ਹੋ ਗਿਆ। ਇਹ ਮਾਨ, ਬੁੱਧ, ਚਿੱਤ, ਹੰਕਾਰ, ਇਹ ਚਾਰਾਂ ਦਾ ਸਮੂਹ ਬਣਦਾ ਅੰਤਸ਼ਕਰਨ। ਸਤਿਗੁਰਾਂ ਨੇ ਜ਼ਿਕਰ ਕੀਤਾ ਅੱਜ ਦੇ ਇਸ ਸ਼ਬਦ ਦੇ ਵਿੱਚ ਵੀ ਜਨਮ ਜਨਮ ਕੀ ਇਸ ਮਨ ਕਉ ਮਲ ਲਾਗੀ। ਹੁਣ ਆਪਾਂ ਵਿਚਾਰੀਏ, ਆਪਾਂ ਕਹੇ ਦੇ ਦਿੰਦੇ ਆ, ਬੜਾ ਸੌਖਾ ਸਵਾਲ ਆ ਵੀ ਮਨ ਨਹੀਂ ਟਿਕਦਾ, ਪਰ ਇਸ ਨੂੰ ਟਿਕਾਉਣ ਵਾਸਤੇ ਫਿਰ ਇਹ ਫੁਰਨੇ ਬੰਦ ਕਰਨੇ ਪੈਣਗੇ। ਜੋ ਮੂਲ ਹੈ, ਫੁਰਨਾ ਉੱਠਿਆ, ਫੁਰਨੇ ਦੀ ਪ੍ਰਾਪਤੀ ਵਾਸਤੇ ਮਨ ਨੇ ਦੌੜ ਭੱਜ ਕੀਤੀ, ਉਹ ਪੂਰਾ ਹੋ ਗਿਆ ਜਾਂ ਨਾ ਹੋ ਗਿਆ, ਉਸ ਦੇ ਉੱਪਰ ਖਲੋ ਗਿਆ ਹੰਕਾਰ ਵੀ ਇਹ ਕੰਮ ਹੋ ਰਿਹਾ ਜਾਂ ਮੈਂ ਕਰ ਰਿਹਾ। ਬੁੱਧ ਨਿਰਣਾ ਕਰੀ। ਇਹ ਇੱਕਦਮ ਇੱਕ ਫੁਰਨਾ ਉੱਠਣ ਦੇ ਨਾਲ ਸਾਡੇ ਅੰਦਰ ਉਥਲ ਪੁਥਲ ਸ਼ੁਰੂ ਹੋ ਜਾਂਦੀ ਹੈ ਤੇ ਸਾਰੀ ਦਿਹਾੜੀ ਪਤਾ ਹੀ ਨਹੀਂ ਕਿੰਨੇ ਕੋ ਫੁਰਨੇ ਸਾਡੇ ਅੰਦਰ ਉੱਠੀ ਜਾ ਰਹੇ। ਇੰਨੀ ਉਥਲ ਪੁਥਲ ਦੇ ਵਿੱਚ ਆਪਾਂ ਸਵਾਲ ਤੇ ਕਰੀ ਜਾਈਏ ਵੀ ਮਨ ਨਹੀਂ ਟਿਕਦਾ, ਸੁਰਤ ਨਹੀਂ ਜੁੜਦੀ, ਪਰ ਉਸ ਦੇ ਵਾਸਤੇ ਅਸੀਂ ਕੀ ਕੀਤਾ? ਇਹ ਵੀ ਸੋਚਣ ਦੀ ਗੱਲ ਹੈ ਨਾ ਵੀ ਮਨ ਭਟਕਿਆ ਕਿਉਂ, ਅੰਦਰ ਉਥਲ ਪੁਥਲ ਹੋਈ ਕਿਉਂ? ਇਸ ਬਿਮਾਰੀ ਨੂੰ, ਇਸ ਰੋਗ ਲੱਭੀਏ, ਫਿਰ ਉਸ ਨੂੰ ਨਿਵਰਤੀ ਦਾ ਵੀ ਆਪਾਂ ਯਤਨ ਕਰੀਏ। ਵੀ ਫੁਰਨੇ ਆਪਾਂ ਉਠਾਈ ਜਾ ਰਹੇ ਹਾਂ, ਆਪਾਂ ਨਿਤਨੇਮ ਕਰਦੇ ਆ ਨਾ, ਬਾਣੀ ਦੇ ਵਿੱਚ ਸਾਨੂੰ ਸਿੱਖਿਆ ਦਿੱਤੀ ਹੈ। ਅਖੀਰਲੀ ਬਾਣੀ ਜਿਹੜੀ ਪੰਜਵੀਂ ਬਾਣੀ ਹੈ ਸ਼੍ਰੀ ਆਨੰਦ ਸਾਹਿਬ, ਉਸ ਦੇ ਵਿੱਚ ਜ਼ਿਕਰ ਕੀਤਾ ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਵੀ ਅੱਖਾਂ ਤੁਹਾਨੂੰ ਕੰਮ ਹੈ ਗੁਰੂ ਦੇ ਦਰਸ਼ਨ ਕਰਨੇ, ਗੁਰੂ ਦੀ ਸੰਗਤ ਦੇ ਦਰਸ਼ਨ ਕਰਨੇ, ਪਰ ਜਦੋਂ ਆਪਾਂ ਪਰਾਇਆ ਪਰ ਤਨ ਪਰ ਧਨ ਪਰਤੀ ਨਿੰਦਾ ਪਰ ਅਪਵਾਦ ਨਾ ਛੁੱਟੇ। ਵੀ ਅੱਖਾਂ ਨੇ ਦਰਸ਼ਨ ਕਰਨੇ ਸੀ ਗੁਰੂ ਦੇ, ਗੁਰੂ ਦੀ ਸੰਗਤ ਦੇ, ਅੱਖਾਂ ਨਾਲ ਵੇਖ ਕੇ ਸ਼ੁਭ ਕਰਮ ਕਰਨੇ ਸਨ। ਅੱਖਾਂ ਨੂੰ ਸਾਰੀ ਦਿਹਾੜੀ ਰੋਕਿਆ ਹੀ ਨਹੀਂ। ਇਹ ਪਰਾਏ ਤਨ ਵੇਖੀ ਗਈਆਂ, ਪਰਾਇਆ ਧਨ ਵੇਖੀ ਗਈਆਂ। ਜਦੋਂ ਉਹ ਵੇਖਣਗੀਆਂ ਅੰਦਰ ਉਹਨਾਂ ਦੀ ਪ੍ਰਾਪਤੀ ਵਾਸਤੇ ਫੁਰਨੇ ਪੈਦਾ ਹੋਣਗੇ। ਜੇ ਪਰਾਇਆ ਤਨ ਵੇਖਾਂਗੇ ਤੇ ਅੰਦਰ ਕਾਮ ਦੀ ਚੇਸ਼ਟਾ ਸ਼ੁਰੂ ਹੋਵੇਗੀ। ਮਨ ਉਸ ਚੇਸ਼ਟਾ ਨੂੰ ਪੂਰਾ ਕਰਨ ਵਾਸਤੇ ਦੌੜ ਭੱਜ ਕਰੀ ਜਾਵੇਗਾ, ਹੰਕਾਰ ਉਸ ਦੇ ਉੱਪਰ ਖਲੋਤਾ ਹੋਵੇਗਾ। ਵਿਦਵਾਨਾਂ ਨੇ ਤੇ ਇਹ ਵੀ ਜ਼ਿਕਰ ਕੀਤਾ ਵੀ ਕਾਮ ਵਾਸ਼ਨਾ ਜਿਹੜੇ ਪੂਰੀ ਕਰਨ ਦੇ ਵਿੱਚ ਸਹਾਇਤਾ ਕਰਦੇ ਮਨੁੱਖ, ਉਹਨਾਂ ਤੇ ਖੁਸ਼ ਹੁੰਦਾ, ਜਿਹੜੇ ਵਾਧਾ ਪਾਉਂਦੇ ਉਹਨਾਂ ਤੇ ਕ੍ਰੋਧਿਤ ਹੁੰਦਾ। ਫਿਰ ਉਥੋਂ ਕ੍ਰੋਧ ਹੰਕਾਰ ਸਾਰੇ ਜਨਮ ਲਈ ਜਾਂਦੇ। ਪਰ ਸ਼ੁਰੂਆਤ ਹੋਈ ਉਥਲ ਪੁਥਲ ਜਿਹੜੀ ਸ਼ੁਰੂ ਹੋਈ, ਉਹ ਹੋਈ ਅੰਦਰ ਫੁਰਨਾ ਉੱਠਣ ਤੋਂ। ਜਦੋਂ ਕੰਨਾਂ ਦੀ ਗੱਲ ਆਈ, ਇਹ ਸ਼ਰਵਣ ਹੋ ਮੇਰਿਓ ਸਾਚੇ ਸੁਣਨੇ ਨੂੰ ਪਠਾਏ। ਕਿ ਤੁਹਾਨੂੰ ਇਸ ਸਰੀਰ ਨੂੰ ਲਾਇਆ ਵਾ ਪਰਮੇਸ਼ਰ ਦਾ ਜਸ ਸੁਣਨ ਵਾਸਤੇ, ਪਰਮੇਸ਼ਰ ਦੀ ਉਸਤਤੀ ਸੁਣਨ ਵਾਸਤੇ। ਜੇ ਇਹ ਸੁਣਾਂਗੇ ਅੰਦਰ ਸ਼ਾਂਤ ਹੋਵੇਗਾ। ਪਰ ਸਾਰੀ ਦਿਹਾੜੀ ਸੁਣੇ ਕੀ ਗਏ? ਕੀ ਸੁਣਿਆ ਕੰਨਾਂ ਨੇ? ਆਪਾਂ ਰਸ ਲੈਨੇ ਆ ਨਾ ਜੀ, ਜਾਂ ਕਿਸੇ ਦੀ ਨਿੰਦਿਆ ਤੇ ਜਾਂ ਆਪਾਂ ਆਪਣੀ ਉਸਤਤੀ ਸੁਣ ਕੇ ਕੰਨਾਂ ਰਾਹੀਂ ਰਸ ਲੈਨੇ ਆ। ਫਿਰ ਉਹ ਜਦੋਂ ਪਰਾਈ ਨਿੰਦਿਆ ਸੁਣਾਂਗੇ, ਆਪਣੀ ਉਸਤਤੀ ਸੁਣਾਂਗੇ, ਅੰਦਰ ਫੁਰਨੇ ਪੈਦਾ ਹੋਣਗੇ। ਜਦੋਂ ਫੁਰਨੇ ਤੇ ਫੁਰਨਾ ਪੈਦਾ ਹੋਈ ਜਾਵੇਗਾ, ਅੰਦਰ ਟਿਕਾ ਨਹੀਂ ਬਣੇਗਾ, ਅੰਦਰ ਉਥਲ ਪੁਥਲ ਚੱਲੀ ਜਾਏਗੀ, ਤਾਂ ਹੀ ਸਾਡਾ ਮਨ ਸਾਡੇ ਅੰਦਰ ਟਿਕਾ ਨਹੀਂ ਆਉਂਦਾ। ਇਹਨਾਂ ਸਾਰਿਆਂ ਨੂੰ ਸੰਜਮ ਦੇ ਵਿੱਚ ਲਿਆਉਣਾ ਸੀ। ਜਦੋਂ ਜੀਭ ਦੀ ਗੱਲ ਆਈ ਨਾ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਜੀਭ ਸੱਚੇ ਪਾਤਸ਼ਾਹ ਕਹਿੰਦੇ ਤੈਨੂੰ ਦਿੱਤੀ ਸੀ ਨਾਮ ਦਾ ਰਸ ਲੈਣ ਵਾਸਤੇ, ਤੇ ਆਪਾਂ ਇਸ ਨੂੰ ਪੀਜੇ ਬਰਗਰਾਂ ਹੋਰ ਦੂਜੇ ਰਸਾਂ ਕਸਾਂ ਦੇ ਵਿੱਚ ਹੀ ਲਾ ਛੱਡਿਆ। ਫਿਰ ਉਹ ਜਿਹੋ ਜਿਹਾ ਖਾਵਾਂਗੇ ਉਹੋ ਜਿਹਾ ਅੰਦਰ, ਜੈਸਾ ਅੰਨ ਤੈਸਾ ਮਨ। ਸਾਰਾ ਕੁਝ ਇਹ ਲੜੀ ਤੁਰ ਪੈਂਦੀ ਹੈ ਜੀ। ਅਸਲ ਦੇ ਵਿੱਚ ਬਿਮਾਰੀ ਫੜਨੀ ਸੀ ਫੁਰਨਾ।
ਕਿ ਫੁਰਨਾ ਅੰਦਰ ਪੈ, ਇਹ ਸਾਰਾ ਟਿਕਾ ਬਣਨਾ ਸੀ। ਤਾਂ ਹੀ ਸਤਿਪੁਰਖ ਮਹਾਂਪੁਰਖਾਂ ਦੀਆਂ ਜਦੋਂ ਆਪਾਂ ਉਹਨਾਂ ਵੱਲ ਵੇਖਾਂਗੇ ਨਾ, ਨੇਤਰ ਝੁਕੇ, ਇੰਜ ਸ਼ਾਂਤੀ ਉਹਨਾਂ ਦੀਆਂ ਨੇਤਰਾਂ ਦੇ ਵਿੱਚੋਂ, ਬਾਣੀ ਪੜ੍ਹਨ ਵਾਲੇ, ਬੰਦਗੀ ਕਰਨ ਵਾਲਿਆਂ ਦੀ, ਉਹਨਾਂ ਦੀ ਤੋਰ ਵੀ ਨਿਰਾਲੀ, ਭਗਤਾਂ ਕੀ ਚਾਲ ਨਿਰਾਲੀ ਦਾ ਵੀ ਜ਼ਿਕਰ ਆਇਆ। ਇੱਕ ਤੋਰ ਜਿਹੜੀ ਬਹੁਤ ਕਾਲੀ, ਬਹੁਤ ਤੇਜ਼, ਇੱਕ ਬਹੁਤ ਸਹਿਜ ਅਵਸਥਾ ਵਾਲੀ ਤੋਰ। ਇਸੇ ਹੀ ਤਰ੍ਹਾਂ ਵੇਖਣ ਵਾਲੀ ਜੀਭ ਦੇ ਨਾਲ ਬੋਲਾਂ ਤੋਂ ਬੰਦੇ ਦੇ ਪਤਾ ਲੱਗ ਜਾਂਦਾ ਵੀ ਇਹ ਜਿਵੇਂ ਦੇ ਬੋਲ ਰਿਹਾ, ਇਸ ਦੇ ਅੰਦਰ ਕੀ ਹੈ। ਉਹ ਮਸਕੀਨ ਸਾਹਿਬ ਜੀ ਜ਼ਿਕਰ ਕਰਦੇ ਹੁੰਦੇ ਸਨ ਨਾ ਵੀ ਇਹ ਜੀਭ ਇੰਜ ਕਹਿ ਲਓ ਇਸ ਸਰੀਰ ਰੂਪੀ ਟੈਂਕੀ ਦੀ ਟੂਟੀ ਹੈ, ਅੰਦਰ ਕੀ ਹੈ। ਜਦੋਂ ਕਿਸੇ ਨੇ ਸਾਨੂੰ ਛੇੜਿਆ, ਸਾਡੀ ਟੂਟੀ ਖੁੱਲੀ, ਇਹ ਸਰੀਰ ਰੂਪੀ ਟੈਂਕੀ ਦੇ ਵਿੱਚ ਜੋ ਭਰਿਆ ਉਹ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ। ਅਸਲ ਦੇ ਵਿੱਚ ਜੋ ਅੰਦਰ ਹੈ ਉਹ ਹੀ ਬਾਹਰ ਆਵੇਗਾ। ਇਹਨਾਂ ਸਾਰਿਆਂ ਨੂੰ ਸੰਜਮ ਦੇ ਵਿੱਚ ਰੱਖਣਾ ਸੀ, ਫੇਰ ਜਾ ਕੇ ਮਨ, ਬੁੱਧ, ਚਿੱਤ, ਹੰਕਾਰ ਸ਼ਾਂਤ ਹੋਣੇ ਸੀ, ਜਿਹਨੂੰ ਅੰਤਸ਼ ਕਰਨ ਦਾ ਨਾਮ ਵਿਦਵਾਨਾਂ ਨੇ ਦਿੱਤਾ। ਫੇਰ ਟਿਕਾ ਦੇ ਵਿੱਚ ਬਣਨਾ ਸੀ। ਜਦੋਂ ਇਸ ਦੇ ਵਿੱਚੋਂ ਇਹ ਸਾਰੇ ਨਿਕਲ ਜਾਣੇ ਸੀ, ਇਸ ਨੇ ਟਿਕਾ ਵਿੱਚ ਆ ਜਾਣਾ ਸੀ, ਜਿਹਨੇ ਸੁੱਧ ਸਰੂਪ ਹੋ ਜਾਣਾ ਸੀ, ਫੇਰ ਨਾਮ ਟਿਕਣਾ ਸ਼ੁਰੂ ਹੁੰਦਾ। ਜਿਵੇਂ ਜਿਵੇਂ ਹੀ ਅਸੀਂ ਆਪਣੇ ਇਹਨਾਂ ਕਰਮ ਇੰਦਰੀਆਂ, ਗਿਆਨ ਇੰਦਰੀਆਂ ਨੂੰ, ਭਾਵੇਂ ਅੱਖਾਂ, ਭਾਵੇਂ ਕੰਨ, ਭਾਵੇਂ ਜੀਭ, ਭਾਵੇਂ ਨਾਸਿਕਾ, ਜਿਵੇਂ ਜਿਵੇਂ ਇਹਨਾਂ ਨੂੰ ਸੰਜਮ ਵਿੱਚ ਲਿਆਵਾਂਗੇ ਨਾ, ਉਵੇਂ ਉਵੇਂ ਹੀ ਅੰਦਰ ਟਿਕਾ ਬਣਦਾ। ਇਹ ਬਾਣੀ ਵਿੱਚ ਮੂਲ ਮੰਤਰ ਦੇ ਜਾਪ ਦੇ ਵਿੱਚ, ਗੁਣ ਮੰਤਰ ਦੇ ਜਾਪ ਦੇ ਵਿੱਚ ਇਹ ਟਿਕਾ ਉਦੋਂ ਬਣਨਾ ਜਿਵੇਂ ਜਿਵੇਂ ਅਸੀਂ ਆਪਾਂ ਇਹਨਾਂ ਗਿਆਨ ਇੰਦਰੀਆਂ ਨੂੰ, ਕਰਮ ਇੰਦਰੀਆਂ ਨੂੰ ਟਿਕਾਉਣ ਦਾ ਯਤਨ ਕਰਾਂਗੇ। ਸ਼੍ਰੀ ਨਾਨਕ ਪ੍ਰਕਾਸ਼ ਦੇ ਅੰਦਰ ਵੀ ਸੱਚੇ ਪਾਤਸ਼ਾਹ ਜੀ ਨੇ ਸਿੱਖਿਆ ਭਾਵੇਂ ਆਪਣੇ ਪਿਤਾ ਬਾਬਾ ਕਲਿਆਣ ਚੰਦ ਜੀ ਮਹਿਤਾ ਨੂੰ ਦਿੱਤੀ ਸੀ, ਪਰ ਉਹ ਸਾਡੇ ਵਾਸਤੇ ਵੀ ਪੂਰਨੇ ਆ। ਉਸਨੇ ਵੀ ਕਿਹਾ ਸੀ ਕਿ ਸਾਰੀ ਉਮਰ ਮੈਂ ਤੇਰੇ ਕੋਲੋਂ ਪਦਾਰਥਾਂ ਦੀ ਜਾਚਨਾ ਕਰਦਾ ਰਿਹਾ, ਮੈਨੂੰ ਕੋਈ ਧਾਰਮਿਕ ਸਿੱਖਿਆ ਦੇ, ਮੇਰਾ ਵੀ ਮਨ ਟਿਕ ਜਾਵੇ, ਮੇਰਾ ਆਵਾ ਗਾਉਣ ਦਾ ਚੱਕਰ ਮੁੱਕ ਜਾਵੇ। ਸਤਿਗੁਰਾਂ ਨੇ ਉਸ ਵੇਲੇ ਆਪਣੇ ਪਿਤਾ ਨੂੰ ਸਮਝਾਇਆ ਸੀ, ਸੁਣ ਪਿੱਤ ਇਹ ਮਤ ਨੌਕਾ ਨਿਆਈ, ਦਰਬ ਮੋਹ ਜਲ ਸਰਤਾ ਧਾਈ, ਜੇ ਨੌਕਾ ਮੈਂ ਜਲ ਭਰ ਜਾਵੇ ਤਤ ਛਿਨ ਆਪਣੇ ਬੀਚ ਡੁਬਾਵੇ। ਕਿ ਪਿਤਾ ਜੀ ਸੁਣੋ, ਇਹ ਬੁੱਧੀ ਇੱਕ ਬੇੜੀ ਦੀ ਨਿਆਈ ਹੈ, ਤੇ ਬੇੜੀ ਦੀ ਕੋਈ ਸੀਮਾ ਭਾਰ ਲੱਗਣ ਦੀ। ਜਦੋਂ ਸੀਮਾ ਤੋਂ ਵੱਧ ਉਸ ਦੇ ਵਿੱਚ ਭਾਰ ਪਾ ਦਿੱਤਾ ਨਾ, ਉਹਨੇ ਪਾਣੀ ਵਿੱਚ ਡੁੱਬ ਜਾਣਾ, ਉਹ ਪਦਾਰਥ ਵੀ ਡੁੱਬ ਜਾਣੇ, ਸਾਰਾ ਕੁਝ ਹੀ ਡੁੱਬ ਜਾਣਾ। ਪਰ ਜੇ 2 ਉਂਗਲਾਂ ਵੀ ਬੇੜੀ ਪਾਣੀ ਤੇ ਤਰਦੀ ਰਹੀ, ਮਲਾਹ ਚੰਗਾ ਹੋਇਆ, ਇਹ ਕਿਨਾਰੇ ਤੇ ਲੱਗ ਜਾਵੇਗੀ। ਸਤਿਗੁਰਾਂ ਨੇ ਸਿੱਖਿਆ ਦਿੱਤੀ, ਸੁਣ ਪਿੱਤ ਇਹ ਮਤ ਨੌਕਾ ਨੇ, ਇਹ ਬੁੱਧੀ ਇੱਕ ਬੇੜੀ ਦੀ ਨਿਆਈ ਹੈ, ਤੇ ਦਰਬ ਮੋਹ ਜਲ ਸਰਤਾ ਧਾਈ, ਇਹ ਬੁੱਧੀ ਠੇਲੀ ਹੋਈ ਹੈ, ਛੱਲਾਂ ਵਗ ਰਹੀਆਂ ਜੀ। ਹੜ ਆਇਆ ਹੋਇਆ ਦਰਬ ਤੇ ਮੋਹ ਦਾ, ਧਨ ਪਦਾਰਥ ਸੰਪਦਾ ਦਾ, ਇਸ ਸੰਸਾਰ ਦੇ ਵਿੱਚ ਛੱਲਾਂ ਵਗ ਰਹੀਆਂ। ਇਸ ਛੱਲਾਂ ਘੁੰਮਣ ਘੇਰੀਆਂ ਦੇ ਵਿੱਚ ਬੁੱਧੀ ਰੂਪੀ ਬੇੜੀ ਨੂੰ ਠੇਲਿਆ ਹੋਇਆ ਮਨੁੱਖ ਨੇ। ਬਚਾਉਣਾ ਕੋਈ ਸੌਖਾ ਨਹੀਂ ਜੀ। ਇਹ ਜਿਹੜੇ ਮਲਾਹ ਬੇੜੀਆਂ ਚਲਾਉਂਦੇ, ਉਹਨਾਂ ਨੂੰ ਪਤਾ ਪਾਣੀ ਦੇ ਵਿੱਚ ਕਿਨਾਰੇ ਤੇ ਕਿਵੇਂ ਲਾਈਦਾ। ਉਦਾਹਰਨ ਸਤਿਗੁਰਾਂ ਨੇ ਬੇੜੀ ਦੀ ਦਿੱਤੀ, ਤੇ ਸਤਿਗੁਰਾਂ ਨੇ ਦਰਸਾਇਆ ਵੀ ਜੇ ਨੌਕਾ ਮੈਂ ਜਲ ਪਰ ਜਾਵੇ, ਜੇ ਪਦਾਰਥ ਭਾਰੂ ਹੋ ਗਏ ਨਾ ਬੁੱਧੀ ਤੇ, ਜੇ ਧਨ ਸੰਪਦਾ ਮੋਹ ਵਿਸ਼ੇ ਵਿਕਾਰ ਭਾਰੂ ਹੋ ਗਏ, ਫਿਰ ਇਹ ਬੇੜੀ ਡੁੱਬੀ, ਫਿਰ ਇਹ ਮਨੁੱਖਾ ਜਨਮ ਡੁੱਬ ਗਿਆ। ਜੇ ਨੌਕਾ ਮੈਂ ਜਲ ਪਰ ਜਾਵੇ ਤਤ ਛਿਨ ਆਪਣੇ ਬੀਚ ਡੁਬਾਵੇ। ਪਰ ਸਤਿਗੁਰਾਂ ਨੇ, ਪਿਤਾ ਨੇ ਪੁੱਛਿਆ ਫਿਰ ਸਾਧਨ। ਸਤਿਗੁਰਾਂ ਨੇ ਕਿਹਾ, ਸਤਿਗੁਰ ਕੇਵਟ ਮਿਲੇ ਜੇ ਆਈ, ਜੇ ਗੁਰੂ ਰੂਪੀ ਮਲਾਹ ਦੇ ਹੱਥ ਇਸ ਬੇੜੀ ਦੇ ਚੱਪੂ ਫੜਾਏ ਹੋਣ ਨਾ, ਤਤ ਛਿਨ ਬੇੜੀ ਹੈ ਚੁਕਸਾਈ। ਇੰਨੀ ਗੁਰੂ ਦੀ ਸਮਰੱਥਾ ਵੀ ਜੇ ਬੁੱਧੀ ਰੂਪੀ ਬੇੜੀ ਦੇ ਚੱਪੂ ਗੁਰੂ ਨੂੰ ਫੜਾਏ, ਭਾਵ ਕਿ ਮਨ, ਬੁੱਧ, ਚਿੱਤ, ਹੰਕਾਰ, ਇਹ ਸਾਰਾ ਸਮਰਪਣ ਗੁਰੂ ਨੂੰ ਕੀਤਾ ਹੋਇਆ। ਗੁਰੂ ਕੀ ਕਹਿ ਰਿਹਾ, ਗੁਰੂ ਦੀ ਸਿੱਖਿਆ ਦੇ ਅਨੁਸਾਰ ਇਹ ਸਾਰੇ ਚੱਲ ਰਹੇ ਆ। ਗੁਰੂ ਨੇ ਅੱਖਾਂ ਨੂੰ ਸਮਝਾਇਆ, ਕੰਨਾਂ ਨੂੰ ਸਮਝਾਇਆ, ਜੀਭ ਨੂੰ ਸਮਝਾਇਆ, ਜਿੰਨੇ ਵੀ ਗਿਆਨ ਇੰਦਰੇ, ਕਰਮ ਇੰਦਰੇ, ਜੇ ਤੇ ਸਾਰੇ ਇਹ ਗੁਰੂ ਦੀ ਅਗਵਾਈ ਦੇ ਵਿੱਚ ਚੱਲ ਰਹੇ, ਫਿਰ ਸਾਰਾ ਕੁਝ ਠੀਕ ਹੈ, ਆਪਣੀ ਲੀਹ ਤੇ ਚੱਲ ਰਿਹਾ।
ਫੇਰ ਕੋਈ ਮੈਲ ਨਹੀਂ ਲੱਗੇਗੀ। ਇਹ ਮਨੁੱਖਾ ਜਨਮ, ਇਹ ਲੋਕ ਸੁਖੀਏ ਪਰ ਲੋਕ ਸੁਹੇਲਾ ਹੋ ਜਾਵੇਗਾ। ਇੱਕ ਵੀ ਜੇ ਆਪਣੀ ਲੀਹ ਤੋਂ ਉਤਰ ਗਿਆ, ਮਨ ਉਤਰ ਗਿਆ, ਚਿੱਤ ਉਤਰ ਗਿਆ, ਬੁੱਧ ਉਤਰ ਗਈ, ਜਦੋਂ ਅੰਤਸ਼ ਕਰਨ ਵੱਲ ਧਿਆਨ ਹੀ ਕੋਈ ਨਹੀਂ ਦਿੱਤਾ, ਸਾਰੀ ਦਿਹਾੜੀ ਆਪਾਂ ਵੇਖੀਏ ਵੀ ਆਪਾਂ ਅੰਦਰ ਪਾ ਕੀ ਰਹੇ ਆ, ਸਮਾਂ ਆਪਣੀ ਚਾਲੇ ਭੱਜਿਆ ਜਾਂਦਾ। ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਨਾ ਜੀ ਸ਼ਬਦ ਬੜਾ ਲੰਬੇਰਾ, ਉਸ ਦੇ ਵਿੱਚ ਇੱਕ ਜ਼ਿਕਰ ਕੀਤਾ ਕਿ ਸੱਤੀ ਪਹਿਰੀ ਸਤ ਭਲਾ ਬਈਏ ਪੜਿਆ ਪਾਸ। ਉਥੇ ਸੱਤਾਂ ਪਹਿਰਾਂ ਦੀ ਗੱਲ ਕੀਤੀ ਆ, 8ਵੇਂ ਪਹਿਰ ਦਾ, ਕਿਉਂਕਿ ਪਹਿਰ 8 ਆ, ਪਰ ਸਤਿਗੁਰਾਂ ਨੇ ਸ਼ੁਰੂਆਤ 8 ਪਹਿਰੀ 8 ਖੰਡ 9ਵਾਂ ਖੰਡ ਸਰੀਰ, ਇੱਥੋਂ ਸ਼ਬਦ ਸ਼ੁਰੂ ਹੁੰਦਾ ਹੈ ਜੀ। ਪਰ ਇੱਥੇ ਸਤਿਗੁਰਾਂ ਨੇ ਆਣ ਕੇ ਨਾ ਸ਼ਬਦ ਦੇ ਵਿੱਚ ਜ਼ਿਕਰ ਕੀਤਾ ਵੀ ਸੱਤੀ ਪਹਿਰੀ ਸਤ ਭਲਾ ਬਈਏ ਪੜਿਆ ਪਾਸ। ਅਸਲ ਦੇ ਵਿੱਚ ਚੌਥਾ ਪਹਿਰ ਜਿਹਨੂੰ ਅੰਮ੍ਰਿਤ ਵੇਲਾ ਕਹਿੰਦੇ, ਉਸ ਦੇ ਵਿੱਚ ਸੁਰਤ ਨੇ ਕਿਵੇਂ ਟਿਕਣਾ, ਮਨ ਨੇ ਕਿਵੇਂ ਟਿਕਣਾ, ਅੰਦਰ ਨਾਮ ਨੇ ਕਿਵੇਂ ਵਸਣਾ, ਗੁਰ ਮੰਤਰ ਮੂਲ ਮੰਤਰ ਬਾਣੀ ਦੇ ਵਿੱਚ ਸੁਰਤ ਕਿਵੇਂ ਜੁੜਨੀ, ਇਸ ਸਾਰੇ ਕੁਝ ਦੀ ਸਹਾਇਤਾ ਵਾਸਤੇ 7 ਪਹਿਰਾਂ ਨੂੰ ਠੀਕ ਕਰਨਾ ਪਵੇਗਾ। ਸੱਤੀ ਪਹਿਰੀ ਸਤ ਭਲਾ ਕੀ ਕਰਨਾ ਚਾਹੀਦਾ, ਬਹੀਏ ਪੜਿਆ ਪਾਸ। ਜਿਨ੍ਹਾਂ ਨੇ ਤਰੱਕੀ ਕਰ ਲਈ ਧਰਮ ਦੇ ਰਸਤੇ ਤੇ, ਜਿਨ੍ਹਾਂ ਨੇ ਇਹ ਟਿਕਾ ਦੇ ਵਿੱਚ ਲੈ ਆਂਦੀਆਂ ਅੱਖਾਂ, ਕੰਨ, ਨੱਕ, ਜਿਨ੍ਹਾਂ ਨੇ ਸਾਧ ਲਿਆ ਨਾ, ਉਹਨਾਂ ਨੂੰ ਪੁੱਛੀਏ ਵੀ ਕਿਵੇਂ ਕੀਤਾ, ਫਿਰ ਉਸ ਤੇ ਚੱਲਣ ਦਾ ਯਤਨ ਕਰੀਏ। ਅੱਖਾਂ ਨੂੰ ਸਬਰ ਸੰਤੋਖ, ਰਸਨਾ ਨੂੰ ਪਰਮੇਸ਼ਰ ਦੀ ਉਸਤਤੀ ਵੱਲ ਲਾਈਏ, ਕੰਨਾਂ ਦੇ ਰਾਹੀਂ ਪਰਮੇਸ਼ਰ ਦਾ ਜਸ ਸੁਣੀਏ, ਕੀਰਤਨ ਕਥਾ ਵਿਖਿਆਨ ਸੁਣੀਏ। ਜਦੋਂ ਇਹਨਾਂ ਸਾਰਿਆਂ ਨੂੰ ਲੀਹ ਤੇ ਲਿਆਵਾਂਗੇ, 7 ਪਹਿਰ ਇਹ ਕੋਸ਼ਿਸ਼ ਕਰਾਂਗੇ ਨਾ, ਸੱਤੀ ਪਹਿਰੀ ਸਤ ਭਲਾ ਬਹੀਏ ਪੜਿਆ ਪਾਸ। ਉਥੇ ਕੀ ਕਰਨਾ, ਉਥੇ ਪਾਪ ਪੁੰਨ ਵਿਚਾਰੀਏ, ਕੂੜਾ ਘਟੇ ਰਾਸ। ਅੰਦਰੋਂ ਕੂੜ ਦੀ ਝੂਠ ਦੀ ਰਾਸ ਘਟਣੀ ਸ਼ੁਰੂ ਹੋ ਜਾਵੇਗੀ। ਜਿਵੇਂ ਜਿਵੇਂ ਅੰਦਰ ਖਾਲੀ ਹੋਵੇਗਾ, ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ। ਸੱਚੇ ਪਾਤਸ਼ਾਹ ਕਹਿੰਦੇ ਕਿਸੇ ਭਾਂਡੇ ਦੇ ਵਿੱਚ, ਬਰਤਨ ਦੇ ਵਿੱਚ ਕੋਈ ਵਸਤੂ ਪਾਉਣੀ ਹੈ, ਪਹਿਲਾਂ ਉਸ ਭਾਂਡੇ ਨੂੰ ਖਾਲੀ ਕਰਾਂਗੇ, ਫੇਰ ਹੀ ਦੂਸਰੀ ਵਸਤੂ ਪਵੇਗੀ ਨਾ। ਆਪਾਂ ਸਵਾਲ ਤੇ ਕਰ ਦਿੰਦੇ ਆ, ਮਨ ਨਹੀਂ ਟਿਕਦਾ, ਸੁਰਤ ਨਹੀਂ ਜੁੜਦੀ ਜੀ, ਨਾਮ ਦੇ ਵਿੱਚ, ਬਾਣੀ ਦੇ ਵਿੱਚ, ਮੂਲ ਮੰਤਰ ਗੁਰ ਮੰਤਰ ਦੇ ਵਿੱਚ ਮਨ ਨਹੀਂ ਟਿਕਦਾ, ਪਰ ਅੰਦਰ ਤੇ ਫੇਰ ਵੀ ਭਰੀ ਜਾ ਰਹੇ ਆ। ਉਹਨੂੰ ਖਾਲੀ ਕਰਨ ਦਾ ਉੱਥੇ ਬ੍ਰੇਕ ਲਾਈਏ, ਉੱਥੇ ਟਿਕਾ ਬਣਾਈਏ ਵੀ ਇਹ ਫੁਰਨੇ ਤੇ ਫੁਰਨਾ ਜਿਹੜਾ ਉੱਠ ਰਿਹਾ ਨਾ, ਇਹ ਫੁਰਨੇ ਉੱਠਣੇ ਬੰਦ ਕਰੀਏ। ਅੰਦਰ ਖਾਲੀ ਹੋਵੇਗਾ ਤਾਂ ਹੀ ਨਾਮ ਦਾ ਵਾਸਾ ਹੋਵੇਗਾ। ਸੱਚੇ ਪਾਤਸ਼ਾਹ ਜੀ ਫਰਮਾਉਂਦੇ, ਜਨਮ ਜਨਮ ਕੀ ਇਸ ਮਨ ਕਉ ਮਲ ਲਾਗੇ, ਵੀ ਕੀਤੇ ਹੋਏ ਜਨਮਾਂ ਜਨਮਾਂਤਰਾਂ ਦੇ ਨਖਿੱਧ ਕਰਮ ਦੇ ਸੰਸਕਾਰਾਂ ਦੀ ਪਰਤਦਾਰ ਪਰਤ ਇਸ ਅੰਤਸ਼ ਕਰਨ ਤੇ ਮੈਲ ਚੜੀ ਹੋਈ ਹੈ। ਕਾਲਾ ਹੋਆ ਸਿਆਹੋ। ਤੇ ਇਸ ਦੀ ਹਾਲਤ ਕੀ ਹੈ, ਇਸ ਨੂੰ ਕਰਨਾ ਤੇ ਸੀ ਨਿਰਮਲ, ਪਰ ਨਿਰਮਲ ਨਹੀਂ, ਇਹ ਕਾਲਾ ਹੋਆ, ਕਾਲਖ ਵਰਗਾ, ਬਿਲਕੁਲ ਕਾਲਾ। ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਸਵਾਹ ਦਾ ਰੰਗ ਹੁੰਦਾ, ਉਵੇਂ ਹੋ ਚੁੱਕਾ ਹੈ। ਖੰਡਲੀ ਧੋਤੀ ਉਜਲੀ ਨਾ ਹੋਵਈ। ਅੱਗੇ ਉਦਾਹਰਨ ਦਿੱਤੀ ਹੈ ਕਿ ਜਿਵੇਂ ਕੋਲੂ ਚਲਾਉਣ ਵਾਲਾ ਵਾਰ-ਵਾਰ ਜਦੋਂ ਕੋਲੂ ਨੂੰ ਸਾਫ਼ ਕਰਨ ਵਾਸਤੇ ਕਿਸੇ ਕੱਪੜੇ ਦੀ ਖੰਡਲੀ ਤੋਂ ਭਾਵ ਉਹ ਕੱਪੜੇ ਦਾ ਟੁਕੜਾ, ਜਿਸ ਨੂੰ ਵਾਰ-ਵਾਰ ਵਰਤੋਂ ਵਿੱਚ ਲਿਆਉਂਦਾ, ਕਦੀ ਹੱਥ ਸਾਫ਼ ਕਰ ਲਏ, ਕਦੀ ਮਸ਼ੀਨ ਤੇ ਮਾਰ ਲਿਆ, ਉਸ ਨੂੰ ਫਿਰ ਉਹ ਤੇਲ ਦੀ ਥੰਧਿਆਈ, ਉਹ ਵਾਰ-ਵਾਰ ਕਾਲਖ ਚੜ੍ਹਦੀ ਜਾਂਦੀ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਉਜਲੀ ਨਾ ਹੋਵੇ। ਜਿਵੇਂ ਉਸ ਲੀਰ ਨੂੰ ਧੋਣ ਦਾ ਯਤਨ ਕਰਾਂਗੇ, ਵਾਰ-ਵਾਰ ਸਾਬਣ ਵੀ ਲਾਵਾਂਗੇ, ਪਰ ਉਹ ਚਿੱਟੀ ਨਹੀਂ ਹੋ ਸਕਦੀ। ਜੇ 100 ਧੋਵਣ ਪਾਹੋ, ਭਾਵੇਂ ਉਸ ਨੂੰ 100 ਵਾਰ 1000 ਵਾਰ ਧੋਣ ਦਾ ਯਤਨ ਕਰੀਏ। ਗੁਰ ਪ੍ਰਸਾਦੀ ਜੀਵਤ ਮਰੈ। ਸਤਿਗੁਰਾਂ ਨੇ ਉਦਾਹਰਨ ਦੇ ਕੇ ਨਾ ਖੰਡਲੀ ਦੇ ਨਾਲ, ਉਸ ਕੱਪੜੇ ਦੇ ਟੁਕੜੇ ਦੇ ਨਾਲ ਕੋਲੂ ਵਾਲਾ ਜੋ ਵਰਤਦਾ ਹੈ, ਵੀ ਅੰਤਸ਼ ਕਰਨ ਨੂੰ ਸ਼ੁੱਧ ਕਿਵੇਂ ਕਰਨਾ। ਗੁਰ ਪ੍ਰਸਾਦੀ ਜੀਵਤ ਮਰੈ। ਗੁਰ ਪ੍ਰਸਾਦੀ ਤੋਂ ਭਾਵ ਕਿਰਪਾ, ਗੁਰੂ ਦੀ ਕਿਰਪਾ। ਤੇ ਕਿਰਪਾ ਹਾਸਲ ਕਰਨ ਵਾਸਤੇ ਮਨੁੱਖ ਨੂੰ ਘਾਲਣੀ ਪੈਂਦੀ, ਬੰਦਗੀ ਕਰਨੀ ਪੈਂਦੀ, ਸੇਵਾ ਕਰਨੀ ਪੈਂਦੀ, ਸਿਮਰਨ ਕਰਨਾ ਪੈਂਦਾ, ਫੇਰ ਜਾ ਕੇ ਪਾਤਰਤਾ ਬਣਦੀ। ਪਾਤਰਤਾ ਦੇ ਵਿੱਚ ਹੀ ਕਿਰਪਾ ਪੈਂਦੀ ਹੈ ਜੀ। ਗੁਰ ਪ੍ਰਸਾਦੀ
ਜੀਵਤ ਮਰੈ। ਜਦੋਂ ਜਿਉਂਦੇ ਜੀ ਇਹ ਮਰ ਜਾਂਦਾ, ਕਿਵੇਂ ਜੀ? ਰਹਿੰਦਾ ਤੇ ਸੰਸਾਰ ਵਿੱਚ ਪਰ ਸੁਰਤ ਨਿਰੰਕਾਰ ਵਿੱਚ ਰਹਿੰਦਾ, ਤੇ ਇਹ ਪਦਾਰਥਾਂ ਦੇ ਵਿੱਚ, ਧਨ ਪਦਾਰਥ ਸੰਪਦਾ ਧੀਆਂ ਪੁੱਤਰਾਂ ਦੇ ਵਿੱਚ ਹੈ, ਪਰ ਜੁੜਿਆ ਇਹ ਬਾਣੀ ਬਾਣੇ ਦੇ ਨਾਲ ਰਹਿੰਦਾ ਹੈ। ਉਲਟੀ ਹੋਵੇ ਮਤ ਬਦਲਾਹੋ। ਜਦੋਂ ਇਸ ਬੁੱਧ ਨੂੰ ਉਲਟੀ ਹੋਵੇ, ਸੰਸਾਰ ਵੱਲੋਂ ਉਲਟਾ ਕੇ ਬਦਲਾਓ, ਬਦਲ ਕੇ ਪਰਮੇਸ਼ਰ ਦੇ ਚਰਨਾਂ ਨਾਲ ਜੋੜ ਲੈਂਦਾ ਹੈ। ਨਾਨਕ ਮੈਲ ਨਾ ਲੱਗਈ। ਸੱਚੇ ਪਾਤਸ਼ਾਹ ਜੀ ਫਰਮਾਉਂਦੇ, ਫੇਰ ਅੰਤਸ਼ ਕਰਨ ਤੇ ਮੈਲ ਨਾ ਲੱਗਈ। ਫੇਰ ਮੈਲ ਚੜ੍ਹਨੀ ਬੰਦ ਹੋਵੇਗੀ, ਜਿਹੜੀ ਚੜੀ ਹੈ ਉਹ ਉਤਰਨੀ ਸ਼ੁਰੂ ਹੋ ਜਾਵੇਗੀ। ਨਾ ਫਿਰ ਜੋਨੀ ਪਾਹੋ। ਫਿਰ ਇਸ ਸਾਰੇ ਕੁਝ ਘਟਨਾ ਕਰਮ ਦਾ ਫਲ ਕੀ ਮਿਲੇਗਾ? ਸੱਚੇ ਪਾਤਸ਼ਾਹ ਫਰਮਾਉਂਦੇ, ਇਹ ਵਾਰ-ਵਾਰ ਦਾ ਜੰਮਣ ਮਰਨ ਦਾ ਗੇੜ ਮੁੱਕ ਜਾਵੇਗਾ। ਨਾ ਫਿਰ ਜੋਨੀ ਪਾਹੋ, ਫਿਰ ਤੈਨੂੰ ਦੁਬਾਰਾ ਜੰਮਣ ਮਰਨ ਵੱਡਾ ਵਿਛੋੜਾ, ਜੋ ਵਾਰ-ਵਾਰ ਜੰਮਣ ਮਰਨ ਦੇ ਗੇੜ ਵਿੱਚ ਪਿਆ ਹੋਇਆ ਤੇ ਪਰਮਾਤਮਾ ਦੇ ਵਿੱਚ ਅਭੇਦਤਾ ਤੋਂ, ਪਰਮਾਤਮਾ ਵਿੱਚ ਇੱਕ ਮਿਕਤਾ ਦਾ ਜੋ ਵਿਛੋੜਾ ਪਿਆ ਹੋਇਆ, ਉਹ ਦੂਰ ਹੋ ਜਾਵੇਗਾ। ਮਹੱਲਾ ਤੀਜਾ। ਚੌ ਜੁਗੀ ਕਲ ਕਾਲੀ ਕਾਂਡੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਹਨ, ਚਹੁ ਜੁਗੀ ਕਿ 4 ਯੁੱਗ ਹਨ। ਚਾਰੇ ਯੁੱਗਾਂ ਦੇ ਵਿੱਚੋਂ ਕਲਯੁੱਗ ਹੈ। ਕਲਯੁੱਗ ਦੇ ਵਿੱਚ ਕਾਲੀ ਤੋਂ ਭਾਵ ਕਾਲਾ, ਤੇ ਕਾਲੇ ਤੋਂ ਭਾਵ ਪਾਪ, ਤੇ ਕਾਂਢੀ ਤੋਂ ਭਾਵ ਕਹੀਏ ਕਿ ਇਸ ਕਲਯੁੱਗ ਯੁੱਗ ਦੇ ਵਿੱਚ ਇਹ ਜੋ ਸੰਸਾਰ ਦੇ ਜੀਵ ਹਨ, ਇਹ ਬਹੁਤ ਪਾਪ ਕਰਮ ਕਰਦੇ ਕਹੀਦੇ ਹਨ। ਇੱਕ ਉੱਤਮ ਪਦਵੀ ਇਸ ਯੁਗ ਮਾਹੇ। ਪਰ ਇੱਕ ਅਜਿਹੇ ਮਨੁੱਖ ਵੀ ਇਸ ਮਾਤ ਲੋਕ ਦੇ ਕਲਯੁੱਗ ਦੇ ਸਮੇਂ ਦੇ ਵਿੱਚ ਵੀ ਹਨ, ਇੱਕ ਉੱਤਮ ਪਦਵੀ, ਜਿਨ੍ਹਾਂ ਨੇ ਉੱਚਾ ਮਰਾਤਬਾ, ਉੱਚੀ ਪਦਵੀ, ਉੱਚੀ ਅਵਸਥਾ ਇਸ ਯੁੱਗ ਮਾਹੇ, ਇਸ ਕਲਯੁੱਗ ਦੇ ਸਮੇਂ ਦੇ ਵਿੱਚ ਵੀ ਪ੍ਰਾਪਤ ਕੀਤੀ। ਉਹ ਕਿਹੜੇ? ਉਹਨਾਂ ਦਾ ਜ਼ਿਕਰ ਸੱਚੇ ਪਾਤਸ਼ਾਹ ਅਗਲੀ ਤੁਕ ਦੇ ਵਿੱਚ ਕਰਦੇ ਹਨ। ਗੁਰਮੁਖ ਹਰ ਕੀਰਤ ਫਲ ਪਾਈਐ। ਗੁਰਮੁਖ ਜਿਨ੍ਹਾਂ ਨੇ ਮੁੱਖ ਗੁਰੂ ਵੱਲ ਰੱਖਿਆ, ਗੁਰੂ ਦੀ ਸਿੱਖਿਆ, ਗੁਰੂ ਦੇ ਉਪਦੇਸ਼ ਨੂੰ ਮੁੱਖ ਰੱਖਿਆ ਵੀ ਗੁਰੂ ਕੀ ਕਹਿੰਦਾ, ਉਹਨਾਂ ਨੇ ਮੁਖੀ ਗੁਰਾਂ ਦੇ ਰਾਹੀਂ ਹਰ ਕੀਰਤ ਪਰਮੇਸ਼ਰ ਦੀ ਬੰਦਗੀ ਕੀਤੀ, ਤੇ ਫਿਰ ਮਿਲਿਆ ਕੀ? ਫਲ ਪਾਈਐ। ਬ੍ਰਹਮ ਗਿਆਨ ਦੀ ਪਦਵੀ ਮਿਲ ਗਈ, ਬ੍ਰਹਮ ਗਿਆਨ ਦੀ ਅਵਸਥਾ ਮਿਲ ਗਈ, ਫਲ ਪਾਈਐ। ਪਰਮੇਸ਼ਰ ਦੇ ਵਿੱਚ ਅਭੇਦਤਾ ਰੂਪੀ ਫਲ ਪ੍ਰਾਪਤ ਹੋ ਗਿਆ। ਜਿਨ ਕਉ ਹਰ ਲਿਖ ਪਾਹੇ। ਪਰ ਇਹ ਉਹਨਾਂ ਨੂੰ ਪ੍ਰਾਪਤ ਹੁੰਦਾ। ਮੈਂ ਅਕਸਰ ਜ਼ਿਕਰ ਕਰਦਾ, ਮਨੁੱਖ ਨੇ ਘਾਲਣੀ ਸੇਵਾ ਕਰਨੀ, ਬੰਦਗੀ ਕਰਨੀ, ਪਰ ਟੇਕ ਗੁਰੂ ਦੀ ਮਿਹਰ, ਟੇਕ ਗੁਰੂ ਦੀ ਬਖਸ਼ਿਸ਼ ਤੇ ਰੱਖਣੀ। ਆਪਣੇ ਕੀਤੇ ਕਰਮਾਂ ਤੇ ਹੰਕਾਰ ਨਹੀਂ ਕਰਨਾ। ਕਰਨੇ ਜ਼ਰੂਰ ਨੇ ਧਰਮ ਦੇ ਕਰਮ, ਸੇਵਾ ਕਰਨੀ, ਸਿਮਰਨ ਕਰਨਾ, ਪਰ ਟੇਕ ਗੁਰੂ ਦੀ ਮਿਹਰ। ਕਿਉਂਕਿ ਜੇਕਰ ਆਇਆ ਨਾ ਜੀ, ਗੁਰ ਪ੍ਰਸਾਦੀ ਜੀਵਤ ਮਰੈ। ਜਦੋਂ ਗੁਰੂ ਦੀ ਕਿਰਪਾ ਕੀਤੇ ਹੋਏ ਕਰਮਾਂ ਤੇ ਵਾਪਰੇਗੀ ਨਾ, ਗੁਰਮੁਖ ਹਰ ਕੀਰਤ ਫਲ ਪਾਈਐ। ਜਿਨ ਕਉ ਹਰ ਲਿਖ ਪਾਏ। ਜਿਨ੍ਹਾਂ ਨੂੰ ਧੁਰ ਤੋਂ ਹੀ ਪਰਿਪੂਰਨ ਪਰਮਾਤਮਾ ਨੇ ਮੱਥੇ ਤੇ ਅੰਤਸ਼ ਕਰਨ ਤੇ ਚੰਗੇ ਲੇਖ ਲਿਖ ਕੇ ਭੇਜਿਆ, ਉਹ ਹੀ ਆਣ ਕੇ ਇੱਥੇ ਕਰਮ ਕਰਦੇ, ਗੁਰੂ ਦੀ ਕਿਰਪਾ ਦੇ ਪਾਤਰ ਬਣਦੇ ਹਨ। ਨਾਨਕ ਗੁਰ ਪ੍ਰਸਾਦੀ ਅਨ ਦਿਨ ਭਗਤ ਹਰ ਉਚਰੈ। ਧੰਨ ਗੁਰੂ ਨਾਨਕ ਦੇਵ ਨਾਮ ਸੱਚੇ ਪਾਤਸ਼ਾਹ ਜੀ ਦੇ ਨਾਮ ਦੀ ਮੋਹਰ ਛਾਪ ਲਾ ਕੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ, ਨਾਨਕ ਗੁਰ ਪ੍ਰਸਾਦੀ, ਗੁਰੂ ਦੀ ਕਿਰਪਾ ਦੇ ਪਾਤਰ ਬਣ ਕੇ ਅਜਿਹੇ ਮਨੁੱਖ ਅਨ ਦਿਨ ਭਗਤ ਹਰ ਉਚਰੈ। ਅਨ ਦਿਨ, ਦਿਨ ਅਤੇ ਰਾਤ ਭਗਤ, ਭਗਤੀ ਬੰਦਗੀ ਹਰ ਉਚਰੈ, ਪਰਮੇਸ਼ਰ ਦੀ ਬੰਦਗੀ ਕਰਦੇ ਰਹਿੰਦੇ ਹਨ। ਹਰ ਭਗਤੀ ਮਾਹੇ ਸਮਾਹੇ। ਹਰ ਭਗਤੀ, ਫਿਰ ਉਹ ਪ੍ਰੇਮਾ ਭਗਤੀ ਦੇ ਰਾਹੀਂ ਮਾਹੇ ਸਮਾਹੇ ਬੰਦਗੀ ਕਰਦੇ ਕਰਦੇ ਓੜਕ ਨੂੰ ਪਰਮੇਸ਼ਰ ਦੇ ਵਿੱਚ ਸਮਾ ਜਾਂਦੇ, ਅਭੇਦਤਾ ਪ੍ਰਾਪਤ ਕਰ ਲੈਂਦੇ ਹਨ। ਪੌੜੀ
ਹਰ ਹਰ ਮੇਲ ਸਾਧ ਜਨ ਸੰਗਤ। ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਜੋ ਪੌੜੀ ਹੈ ਇਹ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਫਿਰ ਸਾਨੂੰ ਵੱਲ ਸਿਖਾਉਂਦੇ ਹੈ ਵੀ ਇਹ ਗੁਰੂ ਦੀ ਕਿਰਪਾ ਪਾਤਰਤਾ ਹੈ। ਸਾਰਾ ਕੁਝ ਬੰਦਗੀ ਸੇਵਾ ਸਿਮਰਨ ਕਿਵੇਂ ਮਿਲਣਾ, ਇਵੇਂ ਅਰਦਾਸ ਕਰੋ। ਹਰ ਹਰ ਮੇਲ ਸਾਧ ਜਨ ਸੰਗਤ, ਸੇ ਗੁਰਮੁਖ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ। ਇਹ ਐਵੇਂ ਨਹੀਂ ਸਿੱਖ ਮੰਗਦਾ ਰੋਜ਼ਾਨਾ ਅਰਦਾਸ ਦੇ ਵਿੱਚ। ਇਸ ਦੇ ਵਿੱਚ ਇੱਕ ਸਿਧਾਂਤ ਹੈ ਕਿ ਹੇ ਪਰਿਪੂਰਨ ਪਰਮਾਤਮਾ, ਹਰ ਹਰ ਮੇਲ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ, ਕਣ ਕਣ ਦੇ ਵਿੱਚ ਜਰੜੇ ਜਰੜੇ ਦੇ ਵਿੱਚ ਸਮਾਏ ਹੋਏ ਪਰਿਪੂਰਨ ਪਰਮਾਤਮਾ, ਮੇਲ ਸਾਧ ਜਨ ਸੰਗਤ, ਐਸੇ ਗੁਰਸਿੱਖਾਂ ਦੀ ਸੰਗਤ ਮੇਲ ਜੋ ਤੇਰੇ ਵਿੱਚ ਓਤ-ਪੋਤ ਹੋ ਚੁੱਕੇ ਹਨ। ਮੁਖ ਬੋਲੀ ਹਰ ਹਰ ਭਲੀ ਬਾਣ। ਉਹਨਾਂ ਦੀ ਸੰਗਤ ਦੇ ਵਿੱਚ ਬੈਠ ਕੇ ਗੱਲਾਂ ਕਰਨੀਆਂ, ਹਾਸਾ ਠੱਠਾ ਕਰਨਾ ਸਤਿਗੁਰੂ ਕਹਿੰਦੇ ਨਹੀਂ। ਮੁਖ ਬੋਲੀ ਹਰ ਹਰ ਭਲੀ ਬਾਣ। ਭਲੇ ਬਾਣ, ਭਲੇ ਬਾਣ ਕਿਹੜੇ ਜੀ? ਜੋ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਹੈ, ਜੋ ਮੂਲ ਮੰਤਰ ਗੁਰ ਮੰਤਰ ਹੈ, ਮਿਲ ਜੁਲ ਕਰਕੇ ਇਸ ਨੂੰ ਜਪਣਾ ਹੈ। ਹਰ ਗੁਣ ਗਾਵਾ ਹਰ ਨਿਤ ਚਾਵਾ। ਫਿਰ ਸੱਚੇ ਪਾਤਸ਼ਾਹ ਜੀ ਖੁਲਾਸਾ ਕਰਦੇ ਵੀ ਕਿਵੇਂ ਪਰਮੇਸ਼ਰ ਦੀ ਬਾਣੀ ਨੂੰ ਜਪਣਾ। ਹਰ ਗੁਣ ਗਾਵਾਂ, ਕੀਰਤਨ ਦੇ ਰਾਹੀਂ ਕੀਰਤਨ ਸਰਵਣ ਕਰਨਾ ਜਾਂ ਪਰਮੇਸ਼ਰ ਦੇ ਕੀਰਤਨ ਰਾਹੀਂ ਗੁਣ ਗਾਉਣੇ। ਹਰ ਨਿਤ ਚਵਾ, ਤੇ ਚਵਾ ਤੋਂ ਭਾਵ ਉਚਾਰਾਂ, ਜਾਂ ਫਿਰ ਮੈਂ ਆਪ ਜੀ ਦੀ ਬਾਣੀ ਪੜ੍ਹਨੀ ਕਰਾਂ। ਗੁਰਮਤਿ ਹਰ ਰੰਗ ਸਦਾ ਮਾਨ। ਗੁਰਮਤਿ, ਗੁਰੂ ਦੀ ਸਿੱਖਿਆ ਦੇ ਰਾਹੀਂ ਗੁਰੂ ਦੇ ਉਪਦੇਸ਼ ਤੇ ਚੱਲ ਕੇ ਹਰ ਰੰਗ ਸਦਾ ਮਾਣ। ਫਿਰ ਆਪ ਜੀ ਦੀ ਪ੍ਰੇਮਾ ਭਗਤੀ ਦਾ ਸਦੀਵ ਕਾਲ ਮੈਂ ਰੰਗ ਮਾਣਦਾ ਰਹਾ। ਹਰ ਜਪ ਜਪ ਔਖਦ ਖਾਧਿਆ। ਫਿਰ ਸੱਚੇ ਪਾਤਸ਼ਾਹ ਜੀ ਹੋਰ ਖੁਲਾਸਾ ਕਰਦੇ ਵੀ ਕਿਵੇਂ। ਹਰ ਜਪ ਜਪ ਔਖਦ ਖਾਧਿਆ, ਜਿਨ੍ਹਾਂ ਨੇ ਵਾਰ ਵਾਰ ਬਾਰੰਵਾਰ ਨਾਮ ਇਹ ਜਪੀਏ, ਪੀ ਅੰਮ੍ਰਿਤ ਇਹ ਮਨ ਤਾਂ ਤ੍ਰਪੀਏ। ਜਿਨ੍ਹਾਂ ਨੇ ਵਾਰ ਵਾਰ ਪਰਮੇਸ਼ਰ ਦਾ ਨਾਮ ਜਪਣ ਰੂਪੀ ਔਖਦ ਖਾਧਿਆ, ਦਵਾਈ ਖਾਧੀ। ਜਿਵੇਂ ਸਾਨੂੰ ਕੋਈ ਰੋਗ ਹੋਵੇ, ਡਾਕਟਰ ਕੋਲ ਜਾਂਦੇ ਆ, ਡਾਕਟਰ ਕਹਿੰਦਾ ਵੀ ਇਹ 2 ਘੰਟੇ ਜਾਂ 4 ਘੰਟੇ ਬਾਅਦ ਇਹ ਗੋਲੀ ਇਹ ਦਵਾਈ ਇਹ ਖਾਈ ਜਾਈ, ਨਾਗਾ ਨਾ ਪੈਣ ਡਈ, ਸਮਾਂ ਵੀ ਫਿਕਸ ਰੱਖੀ, ਸੀਮਤ ਰੱਖੀ। ਇਸੇ ਹੀ ਤਰ੍ਹਾਂ ਹਰ ਜਪ ਜਪ ਔਖਦ ਖਾਧਿਆ, ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ। ਵੀ ਵਾਰ ਵਾਰ ਪਰਮੇਸ਼ਰ ਦੇ ਨਾਮ ਜਪਣ ਰੂਪੀ ਦਵਾਈ ਜਦੋਂ ਇਹ ਮਨੁੱਖ ਖਾਈ ਜਾਵੇਗਾ ਨਾ, ਇਹ ਜੋ ਵਿਸ਼ਿਆਂ ਦੇ ਵਿਕਾਰਾਂ ਦੇ ਜੋ ਅੱਖਾਂ ਰਾਹੀਂ ਕੰਨਾਂ ਰਾਹੀਂ ਜੀਭ ਰਾਹੀਂ ਅੰਦਰ ਰੋਗ ਵੜੇ ਹੋਏ ਨਾ, ਇਹਨਾਂ ਦੀ ਨਿਵਰਤੀ ਉਵੇਂ ਉਵੇਂ ਹੋਵੇ ਜਾਵੇਗੀ ਜਿਵੇਂ ਜਿਵੇਂ ਤੂੰ ਨਾਮ ਦੀ ਡੋਜ਼, ਨਾਮ ਦੀ ਦਵਾਈ ਖਾਈ ਜਾਵੇਗਾ। ਸਭ ਰੋਗ ਗਵਾਤੇ ਦੁੱਖਾਂ ਘਾਣ। ਫੇਰ ਨਿਵਰਤੀ ਹੋ ਜਾਵੇਗੀ ਸਭ ਰੋਗ ਗਵਾਤੇ, ਸਭ ਰੋਗ ਤੇਰੇ ਗਵਾਚ ਜਾਣਗੇ, ਉਤਰ ਜਾਣਗੇ। ਦੁੱਖਾਂ ਘਾਣ, ਸਾਰੇ ਹੀ ਦੁੱਖਾਂ ਦਾ ਨਾਸ ਹੋ ਜਾਵੇਗਾ। ਜਿਨ੍ਹਾਂ ਸਾਸ ਗਰਾਸ ਨਾ ਵਿਸਰੈ। ਵਾਰ ਵਾਰ ਸਤਿਗੁਰੂ ਦ੍ਰਿੜ ਕਰਵਾ ਰਹੇ ਵੀ ਇਹ ਨਹੀਂ ਵੀ ਘੜੀ ਪਲ ਨਾਮ ਜਪ ਲਿਆ ਤੇ ਮੁੜ ਕੇ ਸਾਰੀ ਦਿਹਾੜੀ 7 ਪਹਿਰੀ 7 ਭਲਾ ਬਈਏ ਪੜਿਆ ਪਾਸ। 8ਵੇਂ ਪਹਿਰ ਬੰਦਗੀ ਕਰ ਲਈ, ਨਾਮ ਜਪ ਲਿਆ, 7 ਪਹਿਰਾਂ ਦੇ ਵਿੱਚ ਸੰਜਮ ਰੱਖਣਾ। ਬਾਕੀ 7 ਪਹਿਰ ਕੀ ਕਰ ਰਹੇ ਆ, ਉਹਨਾਂ ਵੱਲ ਤਵੱਜੋ ਜ਼ਰੂਰ ਰੱਖਣੀ। ਇਹ ਨਹੀਂ ਵੀ ਨਿਤਨੇਮ ਕਰ ਲਿਆ ਤੇ ਮੁੜ ਕੇ ਝੂਠ ਵੀ ਬੋਲੀ ਗਏ, ਪਾਪ ਵੀ ਕਰੀ ਗਏ, ਨਖਿੱਧ ਕਰਮ ਵੀ ਕਰੀ ਗਏ, ਮੁੜ ਕੇ ਆਣ ਕੇ ਸਵਾਲ ਕਰੀ ਗਏ, ਮਨ ਨਹੀਂ ਟਿਕਦਾ, ਅੰਦਰ ਨਾਮ ਨਹੀਂ ਵਸਦਾ, ਅਜੱਪਾ ਜਾਪ ਨਹੀਂ ਚੱਲਦਾ। ਇਹਨਾਂ 8 ਪੈਰਾਂ ਤੇ ਕਹਿਣ ਤੋਂ ਭਾਵ ਸਾਰੀ ਜ਼ਿੰਦਗੀ ਤੇ ਤਵੱਜੋ ਦੇਣੀ ਪੈਣੀ ਵੀ ਕਰ ਕੀ ਰਹੇ ਆ। ਇਹ ਨਹੀਂ ਵੀ ਜਿੰਨਾ ਚਿਰ ਗੁਟਕਾ ਹੱਥ ਵਿੱਚ, ਜਿੰਨਾ ਚਿਰ ਬਾਣੀ ਪੜ੍ਹ ਰਹੇ ਜਾਂ ਜਿੰਨਾ ਚਿਰ ਨਾਮ ਜਪ ਰਹੇ ਉਹਨਾਂ ਚਿਰ ਨਹੀਂ, ਸਾਰਾ ਦਿਨ 8 ਪੈਰ ਇਸ ਜ਼ਿੰਦਗੀ ਤੇ ਤਵੱਜੋ ਦੇਣੀ। ਜਿੰਨਾ ਸਾਸ ਗਿਰਾਸ ਨਾ ਵਿਸਰੈ,
ਸਾਸ ਤੋਂ ਭਾਵ ਜਦੋਂ ਸਾਹ ਬਾਹਰ ਆਉਂਦਾ, ਗਰਾਸ ਤੋਂ ਭਾਵ ਜਦੋਂ ਗਰਾਹੀ ਅੰਦਰ ਘੱਲਦੇ, ਤੇ ਸਾਸ ਤੋਂ ਭਾਵ ਸਾਹ ਲੈਂਦੇ ਆ, ਗਰਾਸ ਤੋਂ ਭਾਵ ਪਦਾਰਥ ਖਾਂਦੇ ਆ। ਨਾ ਵਿਸਰੈ ਵੀ ਪਰਮੇਸ਼ਰ ਇੰਨਾ ਚਿਰ ਵੀ ਨਾ ਵਿਸਰੇ, ਪ੍ਰਸ਼ਾਦਾ ਛਕਦਿਆਂ ਕੋਈ ਪਦਾਰਥ ਛਕਦਿਆਂ ਵੀ ਪਰਮੇਸ਼ਰ ਨਾ ਵਿਸਰੇ। ਤਾਂ ਹੀ ਆਪਾਂ ਜਦੋਂ ਪ੍ਰਸ਼ਾਦਾ ਛਕਣਾ ਸ਼ੁਰੂ ਕਰਦੇ ਅਰਦਾਸ ਕਰਦੇ ਆ ਵੀ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਮੇਵ, ਵੀ ਸਤਿਗੁਰੂ ਇਹ ਪ੍ਰਸ਼ਾਦਾ ਛਕਣ ਲੱਗੇ ਆ ਤੇ ਕਿਰਪਾ ਕਰੀ ਇਹ ਪ੍ਰਸ਼ਾਦਾ ਛਕ ਕੇ ਅੰਦਰ ਕਾਮ ਵਾਸਨਾ ਪੈਦਾ ਨਾ ਹੋਵੇ, ਅੰਦਰ ਕ੍ਰੋਧ ਨਾ ਪੈਦਾ ਹੋਵੇ, ਅੰਦਰ ਬੰਦਗੀ ਪੈਦਾ ਹੋਵੇ। ਕਰ ਪ੍ਰਸਾਦ ਗੁਰਦੇਵ ਤੂੰ ਕਿਰਪਾ ਪਾ ਦੇ ਇਸ ਪ੍ਰਸ਼ਾਦੇ ਤੇ, ਇਸ ਪਦਾਰਥ ਤੇ, ਵੀ ਜਿਹੜਾ ਪਦਾਰਥ ਅਸੀਂ ਛਕਣ ਲੱਗੇ ਆ ਨਾ, ਤੇਰੀ ਕਿਰਪਾ ਨਾਲ ਇਹ ਛਕਿਆ ਹੋਇਆ ਪਦਾਰਥ એનર્ਜੀ ਹੈ, ਸ਼ੁਭ એનર્ਜੀ ਦੇਵੇ, ਅਸੀਂ ਸੇਵਾ ਤੇ ਸਿਮਰਨ ਵਿੱਚ ਜੁੜ ਜਾਈਏ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਜਿਨ੍ਹਾਂ ਸਾਸ ਗਰਾਸ ਨਾ ਵਿਸਰੇ, ਜਿਨ੍ਹਾਂ ਨੂੰ ਸਾਹ ਲੈਣ ਦੇ ਨਾਲ, ਸਾਹ ਅੰਦਰ ਘਲਾਉਣ ਦੇ ਨਾਲ, ਪਦਾਰਥ ਛਕਣ ਦੇ ਨਾਲ ਪਰਮੇਸ਼ਰ ਦਾ ਨਾਮ ਨਹੀਂ ਵਿਸਰਦਾ। ਸੇ ਹਰ ਜਨ ਪੂਰੇ ਸਹੀ ਜਾਣ, ਉਹਨਾਂ ਤੇ ਸਹੀ ਪਾਈ ਆ ਕਿ ਉਹ ਬਿਲਕੁਲ ਠੀਕ ਜਾਣਨਾ ਕਰੋ। ਕਿਹੜੇ ਜੀ? ਉਹ ਹਰ ਜਨ, ਉਹ ਪਰਮੇਸ਼ਰ ਦੇ ਪਿਆਰੇ ਬਿਲਕੁਲ ਠੀਕ ਰਸਤੇ ਤੇ ਚੱਲ ਰਹੇ ਜਾਣਨਾ ਕਰੋ। ਕਿਹੜੇ? ਜਿਨ੍ਹਾਂ ਨੂੰ ਸਾਸ ਗਰਾਸ ਪਰਮੇਸ਼ਰ ਦਾ ਨਾਮ ਨਹੀਂ ਵਿਸਰਦਾ। ਜੋ ਗੁਰਮੁਖ ਹਰ ਆਰਾਧ ਦੇ, ਜੋ ਮੁਖੀ ਗੁਰਾਂ ਦੇ ਰਾਹੀਂ, ਮੁਖੀ ਗੁਰਾਂ ਦੀ ਸਿੱਖਿਆ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇੱਕ ਸਿੱਖ ਨੂੰ ਕੀ ਸਿੱਖਿਆ ਦੇ ਰਹੇ, ਜਿਹੜੇ ਇਸ ਸਿੱਖਿਆ ਤੇ ਚੱਲ ਰਹੇ ਆ ਵੀ ਬਾਣੀ ਸਾਨੂੰ ਕੀ ਰਹਿ ਕਹਿ ਰਹੀ ਹੈ, ਨਿਤਨੇਮ ਸਾਨੂੰ ਕੀ ਰਹਿ ਕਹਿ ਰਿਹਾ, ਅੱਜ ਦਾ ਹੁਕਮਨਾਮਾ ਸਾਹਿਬ ਸਾਨੂੰ ਕੀ ਰਹਿ ਕਹਿ ਰਿਹਾ। ਜਿਹੜੇ ਇਸ ਸਿੱਖਿਆ ਤੇ ਚੱਲ ਕੇ ਹਰ ਆਰਾਧ ਦੇ ਪਰਮੇਸ਼ਰ ਨੂੰ ਯਾਦ ਕਰਦੇ ਹਨ। ਤਿਨ ਚੂਕੀ ਜਮ ਕੀ ਜਗਤ ਕਾਣ, ਉਹਨਾਂ ਦੀ ਮੁੱਕ ਗਈ, ਚੂਕੀ ਤੋਂ ਭਾਵ ਮੁੱਕ ਗਈ, ਖਤਮ ਹੋ ਗਈ ਕਿ ਜਮ ਕੇ। ਜਮਾਂ ਦੀ ਤਲਬ ਵੀ ਉਹ ਨਾ ਤੇ ਜਮਾਂ ਦੇ ਵਸ ਪੈਂਦੇ ਤੇ ਜਗਤ ਕਾਣ, ਨਾ ਹੀ ਫਿਰ ਉਹਨਾਂ ਨੂੰ ਸੰਸਾਰ ਦੇ ਕਿਸੇ ਜੀਵ ਦੀ ਮੁਤਾਜੀ ਰਹਿੰਦੀ ਹੈ। ਪਰ ਕਿੰਨਾਂ ਨੂੰ? ਜੋ ਗੁਰਮੁਖ ਹਰ ਆਰਾਧਦੇ, ਜੋ ਹਰ ਵੇਲੇ ਰਹਿੰਦੇ ਸੰਸਾਰ ਵਿੱਚ ਪਰ ਚਿਤ ਨਿਰੰਕਾਰ ਦੇ ਵਿੱਚ, ਜੋ ਰਹਿੰਦੇ ਪਦਾਰਥਾਂ ਦੇ ਵਿੱਚ, ਪਦਾਰਥ ਦੇ ਵਿੱਚ ਪਰ ਜੀਵ ਰਾਹੀਂ ਪਰਮੇਸ਼ਰ ਦਾ ਨਾਮ ਜਪਦੇ, ਸਵਾਸ ਸਵਾਸ ਦਾ ਸਿਮਰਨ ਕਰਦੇ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਉਹਨਾਂ ਦਾ ਲੋਕ ਵੀ ਸੁਖੀਆ, ਪਰਲੋਕ ਵੀ ਸੁਹੇਲਾ। ਗੁਰੂ ਮਿਹਰ ਕਰੇ ਇਸ ਮਾਤ ਲੋਕ ਤੇ ਵਿਚਰਦਿਆਂ ਅੱਜ ਦੇ ਪਾਵਨ ਸ੍ਰੀ ਹੁਕਮਨਾਮਾ ਸਾਹਿਬ ਜੀ ਦੇ ਸਿਧਾਂਤ ਤੇ ਅਸੀਂ ਵੀ ਚੱਲ ਸਕੀਏ, ਗੁਰੂ ਦੀ ਕਿਰਪਾ ਦੇ ਪਾਤਰ ਬਣ ਸਕੀਏ। ਸਾਡਾ ਵੀ ਲੋਕ ਸੁਖੀਆ, ਪਰਲੋਕ ਸੁਹੇਲਾ ਹੋ ਜਾਵੇ। ਵਾਰ ਵਾਰ ਦੇ ਜੰਮਣ ਗਵਾਉਣ ਦਾ ਗੇੜ ਮੁੱਕ ਜਾਵੇ। ਬਾਰੰਬਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ, ਆਪ ਸਮੂਹ ਰੱਬ ਵਰਗੀਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ। ਹੋਈਆਂ ਬੇਅੰਤ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜੀ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਸੇ ਹਰ ਜਨ ਪੂਰੇ ਸਹੀ ਜਾਣ। ਜੋ ਗੁਰਮੁਖ ਹਰਿ ਆਰਾਧੇ, ਤਿਨ ਚੂਕੀ ਜਮ ਕੀ ਜਗਤ ਕਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।